ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਪੰਜਾਬ ਤੇ ਦੇਸ਼ ਭਰ ਦੇ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਿਹੜਾ ਉਹ ਜਾਰੀ ਹੈ, ਪਰ ਇਸ ਵਿਚਾਲੇ ਕਈ ਵਾਰ ਖਬਰਾਂ ਅਜਿਹੀਆਂ ਉੱਠਦੀਆਂ ਕਿ ਪਿਛਲੇ ਸਮਿਆਂ ਦੇ ਵਿੱਚ ਕਿਸਾਨਾਂ ਦੇ ਨਾਲ ਜਿਹੜਾ ਉਹ ਖੁਦਕੁਸ਼ੀਆਂ ਦਾ ਦੌਰ ਜਿਹੜਾ ਉਹ ਲਗਾਤਾਰ ਕਿਉਂ ਚੱਲਦਾ ਆ ਰਿਹਾ, ਕਿਉਂ ਅਜਿਹੇ ਮਸਲੇ ਸਾਹਮਣੇ ਆਉਂਦੇ ਨੇ ਜਦੋਂ ਕਿਤੇ ਨਾ ਕਿਤੇ ਮੰਤਰੀਆਂ ਤੇ ਸਵਾਲ ਉੱਠਦੇ ਨੇ, ਪਰ ਕਾਰਵਾਈ ਜਿਹੜੀ ਹੈ ਉਹ ਵਿਭਾਗੀ ਅਧਿਕਾਰੀਆਂ ਦੇ ਉੱਤੇ ਹੋ ਜਾਂਦੀ ਹੈ। ਅੱਜ ਜਦੋਂ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਚਰਚਾ ਹੋ ਰਹੀ ਹੈ, ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਨੇ, ਤਾਂ ਕਿਤੇ ਨਾ ਕਿਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਦੇ ਵੇਲੇ ਮੰਤਰੀ ਰਹੇ ਜਥੇਦਾਰ ਤੋਤਾ ਸਿੰਘ ਤੇ ਵੀ ਸਵਾਲ ਉੱਠੇ ਸੀ ਕਿ ਚਿੱਟੀ ਮੱਖੀ ਨੇ ਜਿਹੜਾ ਕਹਿਰ ਵਰਸਾਇਆ ਸੀ ਤਾਂ ਉਹਦੇ ਵਿੱਚ ਕਈ ਤਰ੍ਹਾਂ ਦੇ ਘਪਲੇਬਾਜ਼ੀ ਦੇ ਇਲਜ਼ਾਮ ਲੱਗੇ ਸੀ। ਉਹ ਮਸਲਾ ਕੀ ਸੀ, ਉਸ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਦੂਜਾ ਇਹ ਗੱਲ ਕਰਾਂਗੇ ਕਿ ਚਿੱਟੀ ਮੱਖੀ ਹੀ ਪ੍ਰਭਾਵਿਤ ਕਿਉਂ ਕਰਦੀ ਹੈ, ਨਰਮੇ ਤੇ ਕਪਾਹ ਨੂੰ ਕਿਸ ਤਰੀਕੇ ਨਾਲ ਕਰਦੀ ਹੈ ਤੇ ਇਹਦਾ ਹੱਲ ਕੀ ਹੈ, ਅੱਗੇ ਕਿਸ ਤਰ੍ਹਾਂ ਹੱਲ ਹੋ ਸਕਦਾ, ਕਿਉਂਕਿ ਲਗਾਤਾਰ ਜਿਹੜਾ ਉਹ ਮਾਲਵਾ ਪੱਟੀ ਦੇ ਵਿੱਚ ਜਾਂ ਹੋਰ ਵੱਖ-ਵੱਖ ਖੇਤਰਾਂ ਦੇ ਵਿੱਚ ਜਿੱਥੇ-ਜਿੱਥੇ ਚਿੱਟੀ ਮੱਖੀ ਦੇ ਕਾਰਨ ਅੱਜ ਵੀ ਜਿਹੜਾ ਕੈਪਟਨ ਸਰਕਾਰ ਜਦੋਂ ਸੱਤਾ ਵਿੱਚ ਆਈ ਹੈ ਤਾਂ ਇਸ ਤੋਂ ਬਾਅਦ ਵੀ ਸਰਕਾਰ ਤੇ ਵੀ ਸਵਾਲ ਉੱਠੇ ਕਿ ਇਸ ਸਰਕਾਰ ਦੇ ਵਿੱਚ ਵੀ ਇਸੇ ਤਰੀਕੇ ਨਾਲ ਚਿੱਟੀ ਮੱਖੀ ਕਿਸਾਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਇਹਦਾ ਹੱਲ ਕਿਉਂ ਨਹੀਂ ਕੱਢਿਆ ਜਾਂਦਾ। ਮੇਰੇ ਨਾਲ ਉਸ ਵੇਲੇ ਦੇ ਜਦੋਂ ਸਾਲ 2015 ਦੇ ਵਿੱਚ ਇਹ ਮਾਮਲਾ ਨਸ਼ਰ ਹੋਇਆ ਸੀ ਤਾਂ ਸਾਬਕਾ ਖੇਤੀਬਾੜੀ ਵਿਭਾਗ ਦੇ ਸਾਬਕਾ ਡਾਇਰੈਕਟਰ ਜੁਆਇੰਟ ਡਾਇਰੈਕਟਰ ਡਾਕਟਰ ਬਲਵਿੰਦਰ ਸਿੰਘ ਸੋਲ ਮੌਜੂਦ ਨੇ। ਅਸੀਂ ਉਹਨਾਂ ਤੋਂ ਜਾਣਾਂਗੇ ਕਿ ਉਹ ਪੂਰਾ ਮਾਮਲਾ ਕੀ ਸੀ ਤੇ ਹੁਣ ਉਹ ਇਸ ਮਾਮਲੇ ਦੇ ਹੱਲ ਬਾਰੇ ਕੀ ਕਹਿੰਦੇ ਨੇ ਕਿ ਚਿੱਟੀ ਮੱਖੀ ਦਾ ਹੱਲ ਕਿਸ ਤਰ੍ਹਾਂ ਹੋ ਸਕਦਾ, ਕਿਸ ਤਰ੍ਹਾਂ ਜਿਹੜੀ ਫਸਲੀ ਤਬਦੀਲੀ ਲਿਆਂਦੀ ਜਾ ਸਕਦੀ ਹੈ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਲੋਕਰਨ। ਬਹੁਤ ਬਹੁਤ ਮਿਹਰਬਾਨੀ ਜੀ। ਲੋਕਰਨ ਦੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਚਿੱਟੀ ਮੱਖੀ 2015 ਦੇ ਵਿੱਚ ਪੰਜਾਬ ਦੇ ਵਿੱਚ ਬੜੀ ਚਰਚਾ ਵਿੱਚ ਆਈ ਸੀ ਜਦੋਂ ਮੰਤਰੀ ਤੋਤਾ ਸਿੰਘ ਤੇ ਇਲਜ਼ਾਮ ਲੱਗੇ ਸੀ, ਖੇਤੀਬਾੜੀ ਮੰਤਰੀ ਸੀ। ਹੁਣ ਉਸ ਮਾਮਲੇ ਦੇ ਵਿੱਚ ਤੁਸੀਂ ਉਸ ਸਮੇਂ ਦਾ ਦੱਸੋ ਕਿ ਕੀ ਕੁਝ ਇਹੋ ਜਿਹਾ ਬੀਤਿਆ ਸੀ ਕਿ ਕਿਸਾਨਾਂ ਨੇ ਖੁਦਕੁਸ਼ੀਆਂ ਕਰਨੀਆਂ ਕੁਝ ਸ਼ੁਰੂ ਕਰ ਦਿੱਤੀਆਂ, ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਉਹ ਪ੍ਰਚਾਰਿਆ ਗਿਆ ਕਿ ਸਰਕਾਰ ਦੇ ਵੱਲੋਂ ਜਾਂ ਮੰਤਰੀਆਂ ਦੇ ਵੱਲੋਂ ਇਹ ਕੋਈ ਸਮਝੌਤਾ ਕੀਤਾ ਗਿਆ? ਦੇਖੋ, ਜਿਹੜਾ ਕਿਸਾਨਾਂ ਦੇ ਵਿੱਚ ਖੁਦਕੁਸ਼ੀ ਵਾਲਾ ਜਿਹੜਾ ਸੀ ਇਹ ਉਦੋਂ ਹੀ ਨਹੀਂ ਸੀ ਸ਼ੁਰੂ ਹੋਇਆ, ਇਹ ਉਸ ਤੋਂ ਪਹਿਲਾਂ ਜਿਹੜਾ ਸੀ ਇਹ ਸ਼ੁਰੂ ਹੋ ਚੁੱਕਾ ਸੀ। ਕਿਉਂਕਿ ਕਿਸਾਨ ਦੀ ਖੇਤੀ ਜਿਹੜੀ ਆ ਇਹਨੂੰ ਜਦੋਂ ਆਪਾਂ ਦੇਖਦੇ ਹਾਂ ਵੀ ਇਹ ਕੁਦਰਤ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਹੁੰਦੀ ਹੈ। ਕੁਦਰਤ ਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਨੇ। ਕੋਈ ਜਿਹੜਾ ਕੰਮ ਅਸੀਂ ਆਪਣੀ ਛੱਤ ਦੇ ਥੱਲੇ ਕਰਾਂਗੇ ਉਹ ਤੇ ਕੰਟਰੋਲ ਕੰਡੀਸ਼ਨ ਦੇ ਵਿੱਚ ਅਸੀਂ ਕਰ ਸਕਦੇ ਹਾਂ। ਉੱਥੇ ਆਪਾਂ ਹਰ ਚੀਜ਼ ਨੂੰ ਜੇ ਬੈਰੀਕੇਡ ਲਾਉਣਾ, ਕਿਸੇ ਚੀਜ਼ ਨੂੰ ਰੋਕਣਾ ਹੈ ਉਹ ਰੋਕਿਆ ਜਾ ਸਕਦਾ। ਜੇ ਕਿਸੇ ਨੂੰ ਆਪਾਂ ਉੱਥੇ ਹੀਟ ਦੇਣੀ ਹੈ ਹੀਟ ਦਿੱਤੀ ਜਾ ਸਕਦੀ, ਜੇ ਕੂਲਿੰਗ ਕਰਨੀ ਕੂਲਿੰਗ ਕੀਤੀ ਜਾ ਸਕਦੀ ਹੈ। ਪਰੰਤੂ ਜਿਹੜਾ ਖੇਤਾਂ ਦੇ ਵਿੱਚ ਕੋਈ ਵੀ ਫਸਲ ਜਿਹੜੀ ਉਗਾਉਣੇ ਇਹ ਕੁਦਰਤ ਦੇ ਉੱਤੇ ਨਿਰਭਰ ਕਰਦੀ ਹੈ ਅਤੇ ਕੁਦਰਤ ਦੇ ਜਿਹੜੀ ਖੇਤੀ ਆ, ਖੇਤੀ ਦੇ ਵਿੱਚ ਮੌਸਮ ਦਾ ਸਭ ਤੋਂ ਵੱਡਾ ਜਿਹੜਾ ਆ ਉਹ ਯੋਗਦਾਨ ਹੁੰਦਾ ਹੈ। ਜੇ ਤੇ ਫਸਲ ਲਈ ਲਾਹੇਵੰਦ ਜਿਹੜਾ ਉਹਨੂੰ ਚਾਹੀਦਾ, ਜਿਹੋ ਜਿਹਾ ਮੌਸਮ ਵਾਤਾਵਰਨ ਉਹਨੂੰ ਚਾਹੀਦਾ, ਅਗਰ ਉਹੋ ਜਿਹਾ ਵਾਤਾਵਰਨ ਕੁਦਰਤ ਦੇ ਦਿੰਦੀ ਆ ਅਤੇ ਉਸ ਸਾਲ ਸਾਡੇ ਲਈ ਝਾੜ ਵੀ ਬਹੁਤ ਵਧੀਆ ਹੋ ਜਾਂਦਾ ਹੈ। ਅਤੇ ਜੇ ਉਸ ਦੇ ਕਿਤੇ ਨੈਗੇਟਿਵ ਜਿਹੜਾ ਹੈ ਜਦੋਂ ਮੌਸਮ ਕਿਤੇ ਬਣ ਜਾਂਦਾ ਹੈ, ਉਹ ਕਿਸੇ ਕੀੜੇ ਵਾਸਤੇ ਜਾਂ ਬਿਮਾਰੀ ਵਾਸਤੇ ਜਦੋਂ ਕਿਤੇ ਫੇਵਰੇਬਲ ਹੋ ਜਾਂਦਾ ਹੈ ਅਤੇ ਫਿਰ ਉਹਦਾ ਉਤਪੰਨ ਹੋਣਾ ਵੀ ਜਿਹੜਾ ਉਹ ਕੁਦਰਤੀ ਹੁੰਦਾ ਹੈ। ਅਤੇ ਉਹ ਜਿਹੜਾ ਪੈਦਾ ਹੁੰਦੀ ਚੀਜ਼ ਆ ਉਹ ਕਈ ਵਾਰੀ ਜਿਹੜੀ ਆ, ਕਿਉਂਕਿ ਉਸ ਤੋਂ ਪਹਿਲਾਂ ਆਪਣੇ ਕੋਲ ਹਜੇ ਵਰਤਾਰੇ ਨਹੀਂ ਹੋਏ ਹੁੰਦੇ, ਇਸ ਕਰਕੇ ਉਸ ਗੱਲ 'ਤੇ ਕੰਟਰੋਲ ਕਰਦਿਆਂ ਵੀ ਕਈ ਵਾਰੀ ਆਪਣਾ ਟਾਈਮ ਲੱਗਦਾ ਆ, ਜਿਸ ਕਰਕੇ ਉਸ ਫਸਲ ਦਾ ਕਈ ਵਾਰੀ ਉਹ ਇਨਸੈਕਟ ਦਾ ਨੁਕਸਾਨ ਹੋ ਜਾਂਦਾ ਹੈ। ਅਤੇ 2015 ਦੀ ਤੁਸੀਂ ਗੱਲ ਕਰਦੇ ਜੇ 15 ਦੇ ਵਿੱਚ ਵੀ ਜਿਹੜਾ ਮੌਸਮ ਸੀ ਉਹ ਅਸੀਂ ਦੇਖਿਆ ਵੀ ਉਹ ਜਿਹੜਾ ਉਹਦੇ ਵਾਸਤੇ ਸੀ ਚਿੱਟੀ ਮੱਖੀ ਵਾਸਤੇ ਬਹੁਤ ਫੇਵਰੇਬਲ ਮੌਸਮ ਉਸ ਵਿਗਿਆਨੀਆਂ ਨੇ ਉਹਨੂੰ ਕਿਹਾ ਸੀ ਵੀ ਇਹ ਬਹੁਤ ਉਹਦੇ ਜਿਹੜਾ ਉਤਪੰਨ ਕਰਨ ਵਾਸਤੇ ਜਿੰਨਾ ਟੈਂਪਰੇਚਰ ਵੀ ਹਾਈ ਆ, ਥੋੜ੍ਹੀ ਜਿਹੀ ਸਿੱਲ ਰਹੀ ਆ ਮੌਸਮ ਦੇ ਵਿੱਚ, ਅਤੇ ਉਹ ਜਿਹੜੇ ਉਹਦਾ ਕਰਕੇ ਜਿਹੜੀ ਇੱਕਦਮ ਜਿਹੜੀ ਚਿੱਟੀ ਮੱਖੀ ਸੀ ਉਹ ਪੈਦਾ ਹੋਈ। ਅਤੇ ਉਹਦਾ ਅਸੀਂ ਉਦੋਂ ਦੇਖਿਆ ਸੀ ਵੀ ਉਹ ਪਾਕਿਸਤਾਨ ਵਾਲੀ ਸਾਈਡ ਤੋਂ ਵੀ ਜਿਹੜੀ ਫਾਜ਼ਿਲਕਾ ਬੈਲਟ ਨਾਲ ਲੱਗਦੀ ਆ, ਉੱਧਰੋਂ ਵੀ ਜਿਹੜੀ ਚਿੱਟੀ ਮੱਖੀ ਦਾ ਹੱਲਾ ਜਿਹੜਾ ਹੋ ਕੇ ਅਤੇ ਉਹ ਸਾਡੇ ਵਾਲੇ ਬੰਨੇ ਉੱਥੋਂ ਇੰਟਰੋਡਿਊਸ ਹੋਇਆ ਸੀ। ਅਤੇ ਉਹਦਾ ਜਿਹੜਾ ਸਾਰਾ ਹੀ ਫੈਲਾਅ ਸੀ ਉਹ ਮੁੜ ਕੇ ਫਿਰ ਜਦੋਂ ਥੋੜ੍ਹਾ ਜਿਹਾ ਹੋਰ ਡੂੰਘਾਈ ਦੇ ਨਾਲ ਉਹਨਾਂ ਚੀਜ਼ਾਂ ਨੂੰ ਵੇਖਿਆ, ਮੈਂ ਕੁਛ ਰਿਪੋਰਟਾਂ ਜਦੋਂ ਯੂਨੀਵਰਸਿਟੀ ਦੀਆਂ ਦੇਖੀਆਂ ਅਤੇ ਉਹਦੇ ਵਿੱਚ ਮੈਨੂੰ ਇੱਕ ਰਿਪੋਰਟ ਪੜ੍ਹਨ ਨੂੰ ਮਿਲੀ ਕਿ ਜਿਹੜੀ ਆਪਣੀ ਅਬੋਹਰ ਸਬ ਡਿਵੀਜ਼ਨ ਹੈ, ਅਬੋਹਰ ਸਬ ਡਿਵੀਜ਼ਨ ਨੂੰ ਅਸੀਂ ਜਿਹੜਾ ਇੱਕ ਹੌਟ ਸਪੌਟ ਉਹਨਾਂ ਵਿਗਿਆਨੀਆਂ ਨੇ ਉਹਨੂੰ ਕਿਹਾ ਵੀ ਇਹ ਚਿੱਟੀ ਮੱਖੀ ਵਾਸਤੇ ਹੌਟ ਸਪੌਟ ਬਣ ਚੁੱਕਾ ਹੈ। ਵੀ ਇਹ ਅਗਰ ਤੁਸੀਂ ਚਿੱਟੀ ਮੱਖੀ ਨੂੰ ਕੰਟਰੋਲ ਕਰਨਾ ਤਾਂ ਘੱਟੋ ਘੱਟ 5-7 ਸਾਲ ਜਿਹੜੀ ਆ ਨਾ ਉਸ ਬੈਲਟ ਦੇ ਵਿੱਚ ਜਿਹੜੀ ਆ ਕਾਟਨ ਨੂੰ ਰੋਕਣਾ ਚਾਹੀਦਾ, ਕਾਟਨ ਕਰੋਪ ਨਹੀਂ ਲੈ ਕੇ ਜਾਣੀ ਚਾਹੀਦੀ। ਜੇ ਕਾਟਨ ਕਰੋਪ ਲੈ ਕੇ ਜਾਵਾਂਗੇ ਤਾਂ ਉਹ ਹਰ ਹਾਲਤ ਦੇ ਵਿੱਚ ਉੱਥੇ ਜਿਹੜੀ ਉਹ ਚਿੱਟੀ ਮੱਖੀ ਪੈਦਾ ਹੋਣੀ ਆ, ਅਤੇ ਉਹਦੇ 'ਤੇ ਫਿਰ ਕੰਟਰੋਲ ਕਰਨ ਦੇ ਉੱਤੇ ਜਿਹੜੇ ਹੈ ਜਾਂ ਤਾਂ ਬਹੁਤ
ਵੱਡਾ ਖਰਚਾ ਆਊਗਾ ਤੇ ਜਾਂ ਉਹਨੂੰ ਕੰਟਰੋਲ ਕਰਨਾ ਕਿਸੇ ਵੇਲੇ ਅਸੰਭਵ ਵੀ ਹੋ ਜਾਂਦਾ ਹੈ ਤੇ ਉਹਦਾ ਨੁਕਸਾਨ ਹੋ ਜਾਂਦਾ ਹੈ। ਕਿਉਂਕਿ ਉਸ ਸਾਲ ਅਸੀਂ ਦੇਖਿਆ ਵੀ ਨਿਰਾ ਪੰਜਾਬ ਦੇ ਵਿੱਚ ਨਹੀਂ ਸੀ ਉਹਦਾ ਨੁਕਸਾਨ, ਚਿੱਟੀ ਮੱਖੀ ਦਾ ਹੱਲਾ ਜਿਹੜਾ ਸੀ ਉਹ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਸੀ, ਉਹ ਹਰਿਆਣੇ ਦੇ ਵਿੱਚ ਵੀ ਜਿਹੜਾ ਕਾਟਨ ਏਰੀਆ ਸੀ ਉਹ 'ਚ ਵੀ ਓਨਾ ਹੀ ਸੀ। ਪਰ ਇਹ ਰਾਜਸਥਾਨ ਦਾ ਜਿਹੜਾ ਨਾਲ ਲੱਗਦਾ ਏਰੀਆ ਸੀ ਜਿੱਥੇ ਕਾਟਨ ਹੁੰਦੀ ਸੀ ਉੱਥੇ ਵੀ ਓਨਾ ਹੀ ਸੀ। ਕਿਉਂਕਿ ਉਸ ਤੋਂ ਬਾਅਦ ਹੀ ਮੁੜ ਕੇ ਫਿਰ ਜਦੋਂ ਇਹ ਰੌਲਾ ਜ਼ਿਆਦਾ ਪਿਆ ਆ ਉਦੋਂ ਫਿਰ ਸਾਰਿਆਂ ਜਿਹੜੀਆਂ ਸਟੇਟਾਂ ਸੀ ਸਾਰੀਆਂ ਨੇ ਰਲ ਕੇ ਇੱਕ ਕਮੇਟੀ ਬਣਾਈ ਗਈ ਸੀ ਤਾਂ ਕਿ ਜਿੱਥੇ ਵੀ ਚਿੱਟੀ ਮੱਖੀ ਦੇ ਕੰਡੀਸ਼ਨਸ ਫੇਵਰੇਬਲ ਹੁੰਦੀਆਂ ਨੇ ਅਗਰ ਉੱਧਰੋਂ ਤੁਰਦੀ ਆ ਤੇ ਉਹਦਾ ਇੱਕ ਸਾਰੀਆਂ ਸਟੇਟਾਂ ਰਲ ਕੇ ਉਹਦਾ ਕੋਈ ਹੱਲ ਲੱਭਣ। ਤੇ ਉਸ ਕਰਕੇ ਉਹ ਜਿਹੜਾ ਉਸ ਵੇਲੇ ਦਾ ਜ਼ਿਆਦਾ ਆਇਆ ਸੀ। ਦੂਸਰੀ ਗੱਲ ਜਿਹੜੀ ਉਸ ਵੇਲੇ ਦਵਾਈ ਦੀ ਖਰੀਦਣ ਦੀ ਗੱਲ ਆਈ ਸੀ, ਉਹ ਦਵਾਈ ਜਿਹੜੀ ਖਰੀਦੀ ਗਈ ਸੀ ਉਹ ਉਸ ਵੇਲੇ ਸਭ ਤੋਂ ਜਿਹੜਾ ਲਾਸਟ ਵਧੀਆ ਸਾਲਟ ਜਿਹਨੂੰ ਤੌਰ ਤੇ ਯੂਨੀਵਰਸਿਟੀ ਨੇ ਰਿਕਮੈਂਡ ਕੀਤਾ ਸੀ ਉਹ ਸਾਲਟ ਖਰੀਦਿਆ ਗਿਆ ਸੀ। ਤੇ ਉਹ ਜਿਹੜੀ ਕੰਪਨੀ ਦਾ ਖਰੀਦਿਆ ਗਿਆ ਸੀ, ਕੰਪਨੀ ਵੀ ਸਭ ਤੋਂ ਭਰੋਸੇਯੋਗ ਕੰਪਨੀ ਜੇ ਮੈਂ ਕਹਿ ਲਵਾਂ ਖੇਤੀਬਾੜੀ ਦੀਆਂ ਦਵਾਈਆਂ ਦੇ ਵਿੱਚ ਆ ਤੇ ਉਹ ਬਾਇਰ ਕੰਪਨੀ ਆ। ਤੇ ਬਾਇਰ ਕੰਪਨੀ ਦੀ ਉਹ ਦਵਾਈ ਜਿਹੜੀ ਉਹ ਖਰੀਦੀ ਗਈ, ਬਕਾਇਦਾ ਉਹਨੂੰ ਟੈਸਟਿੰਗ ਕੀਤੀ ਗਈ, ਫਿਰ ਉਹਨੂੰ ਜਦੋਂ ਪੂਰੀ ਸਪਲਾਈ ਦਿੱਤੀ ਗਈ। ਸਿਰਫ ਇਹ ਆ ਵੀ ਉਹਦੀ ਜਿਹੜਾ ਉਹਦਾ ਸਪਰੇਅ ਕਰਨ ਦਾ ਜਿਹੜਾ ਟਾਈਮ ਸੀ ਉਹ ਥੋੜ੍ਹਾ ਜਿਹਾ ਜਿਹੜਾ ਸੀ ਉਹ ਲੋਕਾਂ ਦੇ ਵਿੱਚ ਸ਼ਾਇਦ ਉਹਦਾ ਪ੍ਰਚਾਰ ਵੇਲੇ ਸਿਰ ਨਾ ਜਾ ਸਕਿਆ, ਜਿਸ ਕਰਕੇ ਉਹਦੀ ਸਪਰੇਅ ਜਿਹੜੀ ਸੀ ਅਸੀਂ ਕਹਿੰਦੇ ਸੀ ਵੀ ਇਹਦੀ ਸਪਰੇਅ ਜਿਹੜੀ ਆ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਹੋਣੀ ਚਾਹੀਦੀ ਹੈ। ਉਹ ਜਿਹੜੀ ਸਪਰੇਅ ਸ਼ਾਇਦ ਉਹਦੇ ਵਿੱਚ ਕਿਤੇ ਅਣਗਹਿਲੀ ਰਹਿ ਗਈ ਜਾਂ ਕਿੱਥੇ ਰਹਿ ਗਈ, ਉਸ ਕਰਕੇ ਕੋਈ ਜਿਹੜਾ ਨੁਕਸਾਨ ਉਸ ਵੇਲੇ ਹੋਇਆ ਸੀ। ਅਦਰਵਾਈਜ਼ ਕਿਉਂਕਿ ਜਿਹੜਾ ਨਵਾਂ ਸਾਲਟ ਖਰੀਦਣ ਦੀ ਪ੍ਰਥਾ ਇਸ ਕਰਕੇ ਪਾਈ ਗਈ ਸੀ, ਇਸ ਤੋਂ ਪਹਿਲਾਂ ਇੱਕ ਸਾਡੀ ਗਵਰਨਮੈਂਟ ਆਫ ਇੰਡੀਆ ਦੇ ਨਾਲ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੀ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਅਸੀਂ ਪਹਿਲਾਂ ਕਣਕ ਵਾਸਤੇ ਜਿਹੜੀ ਇਹ ਦਵਾਈ ਖਰੀਦਦੇ ਹੁੰਦੇ ਸੀ ਪੀਲੀ ਕੁੰਗੀ ਵਾਸਤੇ ਪ੍ਰੋਪੀਕੋਨਾਜੋਲ, ਤੇ ਉਹ ਦਵਾਈ ਮੁੜ ਕੇ ਉੱਧਰੋਂ ਇੱਕ ਆਬਜੈਕਸ਼ਨ ਆਇਆ ਸੀ ਵੀ ਤੁਸੀਂ ਲਗਾਤਾਰ ਕਿੰਨਿਆਂ ਸਾਲਾਂ ਤੋਂ ਜਿਹੜੀ ਆ ਪ੍ਰੋਪੀਕੋਨਾਜੋਲ ਖਰੀਦ ਰਿਹਾ ਮਹਿਕਮਾ, ਵੀ ਜੇ ਕੋਈ ਹੋਰ ਸਾਲਟ ਹੈਗਾ ਇਹਦੇ ਬਰਾਬਰ ਦਾ ਤੇ ਉਹਨੂੰ ਖਰੀਦਿਆ ਜਾਏ। ਇਹ ਕਿਉਂਕਿ ਇੱਕ ਦੇ ਨਾਲ ਬਾਡੀ ਉਹਦੇ ਕੀੜਿਆਂ ਦੇ ਵਿੱਚ ਰਜਿਸਟੈਂਸ ਆਉਣ ਦਾ ਡਰ ਹੋ ਜਾਂਦਾ ਆ, ਤੇ ਦਵਾਈ ਬਦਲ ਕੇ ਜਿਹੜੀ ਨਵੀਂ ਦਵਾਈ ਕੋਈ ਰਿਕਮੈਂਡ ਹੋਏ ਉਹ ਵਰਤਿਆ ਕਰੋ। ਕਿਉਂਕਿ ਇੱਕ ਤਾਂ ਨਵੀਂ ਦਵਾਈ ਜਿਹੜੀ ਆ ਕਿਸਾਨਾਂ ਦੇ ਵਿੱਚ ਲੈ ਕੇ ਜਾਣਾ ਹੁੰਦਾ ਆ ਤੇ ਉਹਦਾ ਕਈ ਵਾਰੀ ਰੇਟ ਵੀ ਥੋੜ੍ਹਾ ਜਿਹਾ ਦੂਸਰੀ ਨਾਲੋਂ ਵੱਧ ਹੁੰਦਾ ਹੈ। ਤੇ ਉਸ ਵੇਲੇ ਉਸ ਕਰਕੇ ਉਹ ਦਵਾਈ ਜਿਹੜੀ ਆ ਨਵਾਂ ਸਾਲਟ ਇੰਟਰੋਡਿਊਸ ਕਰਨ ਵਾਸਤੇ ਉਹਦੇ 'ਤੇ ਸਬਸਿਡੀ ਵਗੈਰਾ ਦੇ ਕੇ ਉਹ ਕਿਸਾਨਾਂ ਦੇ ਵਿੱਚ ਲੈ ਕੇ ਜਾਂਦੀ ਹੈ ਤਾਂ ਕਿ ਕਿਸਾਨ ਉਹਦੇ ਇਫੈਕਟ ਦੇਖ ਸਕਣ। ਤੇ ਇਹ ਉਦੋਂ ਫਿਰ ਉਹਨਾਂ ਦੀ ਇਹ ਰਿਕਮੈਂਡੇਸ਼ਨ ਆਈ ਸੀ ਵੀ ਤੁਸੀਂ ਨਵਾਂ ਸਾਲਟ ਖਰੀਦਿਆ ਕਰੋ। ਫਿਰ ਇਸੇ ਕਰਕੇ ਹੀ ਇਹ ਕਾਟਨ ਦੇ ਵਿੱਚ ਜਦੋਂ ਖਰੀਦ ਫਰੋਖਤ ਹੋਈ ਤੇ ਇਹ ਜਿਹੜਾ ਨਵਾਂ ਸਾਲਟ ਸਭ ਤੋਂ ਲੇਟੈਸਟ ਸਾਲਟ ਜਿਹੜਾ PAU ਨੇ ਰਿਕਮੈਂਡ ਕੀਤਾ ਸੀ, ਇਹ ਸਾਲਟ ਨੂੰ ਕੀਤਾ ਗਿਆ ਸੀ। ਇਸੇ ਕਰਕੇ ਫਿਰ ਇਹਦੀ ਦਵਾਈ ਜਿਹੜੀ ਖਰੀਦੀ ਗਈ ਤੇ ਇਹਦੇ ਨਾਲ ਅਸਰ ਵੀ ਹੋਇਆ। ਜਿਨ੍ਹਾਂ ਨੇ ਟਾਈਮਲੀ ਸਪਰੇਅ ਕੀਤਾ ਸੀ ਉਹ ਖੁਸ਼ ਵੀ ਸੀ, ਪਰ ਜਿੱਥੇ ਕਿਤੇ ਜ਼ਿਆਦਾ ਸੀ ਇਹਦੇ, ਕਿਉਂਕਿ ਮੈਂ ਇੱਕ ਸਟੱਡੀ ਮੈਂ ਹੋਰ ਕੀਤੀ ਸੀ, ਇੱਕ ਪੰਜਾਬ ਗਵਰਨਮੈਂਟ ਨੇ ਹੀ ਟੀਮ ਬਣਾਈ ਸੀ ਜਦੋਂ ਪਹਿਲੋਂ ਸੁਸਾਈਡ ਹੋਣੇ ਸ਼ੁਰੂ ਹੋ ਗਏ, ਤੇ ਇਹਨਾਂ ਨੇ ਸਾਨੂੰ 3 ਟੀਮਾਂ ਬਣਾ ਕੇ ਭੇਜਿਆ ਸੀ ਵੀ ਤੁਸੀਂ ਦੂਸਰੀਆਂ ਸਟੇਟਾਂ ਦੇ ਵਿੱਚ ਸਟੱਡੀ ਕਰਕੇ ਆਓ ਵੀ ਕੀ ਕਾਰਨ ਨੇ ਤੇ ਕਿਵੇਂ ਹੁੰਦੇ ਆ, ਕੀ ਗੱਲ ਕੀ ਆ ਤੇ ਇਹਦਾ ਹੱਲ ਕੀ ਹੋਣਾ ਚਾਹੀਦਾ। ਤੇ ਮੈਂ ਖੁਦ ਜਿਹੜਾ ਇੱਕ ਟੀਮ ਨੂੰ ਮੈਂ ਲੀਡ ਕੀਤਾ ਸੀ, ਨਾਗਪੁਰ ਏਰੀਆ ਦੇ ਵਿੱਚ ਗਏ ਸੀ ਅਸੀਂ, ਤੇ ਉੱਥੋਂ ਦਾ ਜਦੋਂ ਮੈਂ ਸਟੱਡੀ ਕੀਤਾ ਤੇ ਜਦੋਂ ਲਿਟਰੇਚਰ ਹੋਰ ਪੜ੍ਹਿਆ ਤਾਂ ਫਿਰ ਉੱਥੇ ਮੇਰੇ ਸਾਹਮਣੇ ਆਇਆ ਵੀ ਇਹ ਜਿਹੜੀ ਸੁਸਾਈਡ ਹੋ ਰਹੀ ਆ ਹੋ ਹੀ ਕਾਟਨ ਬੈਲਟ 'ਚ ਰਹੀ ਆ। ਜਿੱਥੇ ਵੀ ਕਾਟਨ ਬੈਲਟ ਦਾ ਏਰੀਆ ਦੇਸ਼ ਦੇ ਵਿੱਚ ਆ ਚਾਹੇ ਸਾਡੀ ਸਟੇਟ ਦੇ ਵਿੱਚ, ਅਸੀਂ ਦੇਖਿਆ ਵੀ ਸਾਡੇ ਗੁਆਂਢੀ ਸੂਬੇ ਨੇ, ਜੇ ਆਪਣੇ ਪੰਜਾਬ ਦੀ ਆਪਾਂ ਦੇਖਣ ਦੇ ਵੀ ਮੈਕਸਿਮਮ ਜਿਹੜੀਆਂ ਸੁਸਾਈਡ ਨੇ ਉਹ ਇੱਧਰ ਮਾਨਸਾ, ਬਠਿੰਡਾ, ਮੁਕਤਸਰ, ਫਾਜ਼ਿਲਕਾ, ਸੰਗਰੂਰ ਤੋਂ ਪਰਲੇ ਬੰਨੇ ਜਿਹੜਾ ਬਰਨਾਲਾ ਏਰੀਆ ਹੁਣ ਲਾ ਲਓ, ਅਸੀਂ ਇਸ ਏਰੀਏ ਦੇ ਵਿੱਚ ਜ਼ਿਆਦਾ ਸੀ। ਤੇ ਫਿਰ ਇਸੇ ਤਰ੍ਹਾਂ ਮੈਂ ਦੇਖਿਆ ਉੱਧਰ ਵੀ ਜਿਹੜਾ ਨਾਗਪੁਰ ਏਰੀਏ ਦੇ ਵਿੱਚ ਸੀ ਜਿਹੜਾ ਉਹ ਵਿਦਰਭ ਏਰੀਆ ਜਿਹੜਾ ਸੀ ਉੱਥੇ ਵੀ ਕਾਟਨ ਸੀ, ਇਸ ਕਰਕੇ ਉੱਥੇ ਸੀ। ਤੇ ਇਹ ਜਿਹੜਾ ਜੇ ਅਸੀਂ ਇੱਧਰ ਦੇਖਦੇ ਸੀ ਉਦੋਂ ਹੈਦਰਾਬਾਦ ਦੇ ਏਰੀਏ ਦੇ ਵਿੱਚ, ਤੇ ਉੱਧਰਲੇ ਬੰਨੇ ਵੀ ਜਿਹੜੀ ਸੀ ਆਂਧਰਾ ਦੇ ਵਿੱਚ ਵੀ ਉੱਥੇ ਹੀ ਹੁੰਦਾ ਸੀ ਜਿੱਥੇ ਕਾਟਨ ਸੀ। ਤੇ ਮੈਂ ਸਗੋਂ ਉਸ ਵੇਲੇ ਲਿਖ ਕੇ ਦਿੱਤਾ ਹੈ ਵੀ ਇਟ ਲੁਕਸ ਲਾਈਕ ਵੀ ਇਹ ਸੁਸਾਈਡਲ ਕ੍ਰੌਪ ਲੱਗਦੀ ਹੈ ਵੀ ਇਹ, ਕਿਉਂਕਿ ਇੱਕ ਇਹਦੇ 'ਤੇ ਕਈ ਤਰ੍ਹਾਂ ਦਾ ਵਾਤਾਵਰਨ ਦਾ ਵੀ ਇਫੈਕਟ ਬਹੁਤ ਹੁੰਦਾ ਹੈ, ਇਹ 'ਤੇ ਇਨਸੈਕਟ ਦਾ ਅਟੈਕ ਵੀ ਬਹੁਤ ਹੁੰਦਾ ਆ।
ਉਹਨੂੰ ਕੰਟਰੋਲ ਕਰਨਾ ਵੀ ਕਿਸੇ ਵੇਲੇ ਬਹੁਤ ਔਖਾ ਹੋ ਜਾਂਦਾ ਹੈ। ਤੇ ਇਸ ਕਰਕੇ ਕ੍ਰੌਪ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਸ਼ੋਰ ਨਹੀਂ ਹੁੰਦੀ। ਤੇ ਮੈਂ ਸੋਚਦਾ ਵੀ ਜਿਹੜਾ ਪੰਜਾਬ ਦੇ ਵਿੱਚ ਜੇ ਕਣਕ ਝੋਨੇ ਦੇ ਵੱਧ ਰਿਹਾ ਏਰੀਆ ਨਾ, ਉਹਦਾ ਵੀ ਰੀਜ਼ਨ ਇਹੋ ਹੀ ਆ। ਜੀ ਡਾਕਟਰ ਸਾਹਿਬ, ਅਸੀਂ ਉਹਦੇ ਤੇ ਵੀ ਆਵਾਂਗੇ, ਉਹਦੇ ਤੇ ਵੀ ਗੱਲਬਾਤ ਕਰਾਂਗੇ ਖੁਦਕੁਸ਼ੀਆਂ ਦੇ ਰੀਜ਼ਨ ਤੇ। ਇਹ ਦੱਸੋ ਕਿ ਜਦੋਂ ਉਹ ਦਵਾਈ ਖਰੀਦੀ ਗਈ ਤਾਂ ਕਹਿੰਦੇ ਬੜਾ ਦਿਨਾਂ ਦੇ ਵਿੱਚ ਹੀ ਸਮਝੌਤਾ ਹੋ ਗਿਆ। ਮਈ 2015 ਦੇ ਵਿੱਚ ਤਕਰੀਬਨ ਕਿਹਾ ਜਾਂਦਾ ਹੈ ਕਿ ਉਹ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਜਿਹੜਾ ਉਹ ਫਾਈਲ ਹੱਥੋਂ ਹੱਥ ਜਿਹੜੀ ਆ ਉੱਪਰ ਤੱਕ ਪਹੁੰਚ ਗਈ ਤੇ ਬੜੀ ਛੇਤੀ ਜਿਹੜਾ ਉਹਦੇ ਉੱਤੇ ਸਾਈਨ ਕਰ ਦਿੱਤੇ, ਕਰੋੜਾਂ ਦੀ ਦਵਾਈ ਲਈ ਗਈ। ਬਾਅਦ ਦੇ ਵਿੱਚ ਕਹਿੰਦੇ ਉਹ ਦਵਾਈ ਨੂੰ ਡੋਲਿਆ ਵੀ ਗਿਆ ਜਾਂ ਹੋਰ ਦਰਿਆਵਾਂ ਦੇ ਵਿੱਚ ਜਾਂ ਨਦੀਆਂ ਦੇ ਵਿੱਚ ਕਿਤੇ ਨਾ ਕਿਤੇ ਛੱਡ ਦਿੱਤਾ ਗਿਆ। ਇਹੋ ਜਿਹੇ ਵੀ ਇਲਜ਼ਾਮ ਲੱਗਦੇ ਨੇ, ਉਹਨਾਂ ਬਾਰੇ ਕੀ ਕਹੋਗੇ? ਦੇਖੋ, ਮੈਂ ਇਸ ਗੱਲ ਤੇ ਬਿਲਕੁਲ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਇਹਦੇ 'ਚ ਕੋਈ ਕਾਹਲੀ ਵਾਲੀ ਗੱਲ ਤੇ ਕਿਤੇ ਨਹੀਂ ਸੀ, ਕਿਉਂਕਿ ਇਹ ਜਿਹੜਾ ਪੈਸਾ ਆਇਆ ਸੀ, ਇਹ ਪੈਸਾ ਪਹਿਲੋਂ ਵਰਤਣ ਲੱਗੇ ਸੀ ਆਪਾਂ ਸੀਡ ਦਾ ਖਰੀਦਣ ਵਾਸਤੇ, ਵੀ ਜਿਹੜੇ BT ਕਾਟਨ ਦਾ ਸੀਡ ਹੈ ਵੀ ਉਹ ਖਰੀਦ ਕੇ ਦੇ ਦਿੱਤਾ ਜਾਏ। ਇਹ ਪਹਿਲੋਂ ਪਾਲਿਸੀ ਬਣੀ, ਪਰੰਤੂ ਉਹ ਕਰਦਿਆਂ ਕਰਾਉਂਦਿਆਂ ਉਹ ਫਾਈਲ ਜਿਹੜੀ ਸੀ ਉਹ ਬੜੀ ਸਲੋ ਕਿਤੇ ਉਸ ਟਾਈਮ ਦੇ ਵਿੱਚ ਚੱਲੀ। ਤੇ ਉਹ ਜਿਹੜਾ ਹੈ ਉਹ ਕੇਸ ਉਸ ਵੇਲੇ ਜਿਸ ਵੇਲੇ ਉਹਦੀ ਪ੍ਰਵਾਨਗੀ ਮਿਲਣ ਲੱਗੀ ਤੇ ਉਸ ਵੇਲੇ ਜਿਹੜਾ ਬਿਜਾਈ ਦਾ ਸਮਾਂ ਬਹੁਤ ਲੰਘ ਹੀ ਚੁੱਕਾ ਸੀ, ਤਕਰੀਬਨ ਬਹੁਤ ਥੋੜਾ ਸਮਾਂ ਰਹਿ ਗਿਆ ਸੀ ਬਿਜਾਈ ਦਾ। ਇਸ ਕਰਕੇ ਉਸ ਚੀਜ਼ ਨੂੰ ਡ੍ਰੌਪ ਕਰਕੇ ਫਿਰ ਇਹ ਕਿਹਾ ਸੀ ਵੀ ਹੁਣ ਇਹਦਾ ਖਰੀਦਣ ਦਾ ਕੋਈ ਫਾਇਦਾ ਨਹੀਂ, ਹੁਣ ਤੇ ਕੁਝ ਬਿਜਾਈ ਹੋ ਚੁੱਕੀ ਆ ਤੇ ਜੇ ਦੂਸਰੀ ਕਰਾਂਗੇ ਤੇ ਉਹ ਹੋ ਸਕਦਾ ਉਦੋਂ ਤੱਕ ਲੇਟ ਹੋ ਜੇ ਸਾਰਾ ਪ੍ਰੋਸੈਸ ਕਰਦਿਆਂ ਨੂੰ। ਇਸ ਕਰਕੇ ਉਦੋਂ ਬਾਅਦ ਜਿਹੜੀ ਇਹ ਮੁੜ ਕੇ ਦਵਾਈ ਖਰੀਦਣ ਦੀ ਜਿਹੜੀ ਫਾਈਲ ਸੀ ਇਹ ਮੂਵ ਕੀਤੀ ਗਈ ਤੇ ਇਹ ਦਵਾਈ ਦੀ ਉਸੇ ਤਰ੍ਹਾਂ ਹੀ ਮੂਵ ਕੀਤੀ ਗਈ, ਕਿਉਂਕਿ ਉਸ ਵੇਲੇ ਮੁੜ ਕੇ ਬਿਜਾਈ ਹੋ ਗਈ ਸੀ ਤੇ ਉਧਰੋਂ ਚਿੱਟੀ ਮੱਖੀ ਦਾ ਹੱਲਾ ਵੀ ਵੱਧ ਰਿਹਾ ਸੀ। ਇਸ ਕੰਡੀਸ਼ਨਾਂ ਨੂੰ ਦੇਖ ਕੇ ਹੀ ਉਸ ਵੇਲੇ ਇੱਕ ਮੀਟਿੰਗ ਮੰਤਰੀ ਜੀ ਦੀ ਪ੍ਰਧਾਨਗੀ 'ਚ ਹੋਈ ਸੀ। ਮਾਨਜੋ ਐਡੀਸ਼ਨਲ ਚੀਫ ਸੈਕਟਰੀ ਜਿਹੜੇ ਸਾਡੇ ਸੀ, ਇਹ ਵੀ ਉਸ ਮੀਟਿੰਗ ਦੇ ਵਿੱਚ ਸੀ ਤੇ ਉਸ ਮੀਟਿੰਗ ਦੇ ਵਿੱਚ ਮਹਿਕਮੇ ਨੂੰ ਬੜੀ ਸਖਤੀ ਨਾਲ ਹਦਾਇਤਾਂ ਕੀਤੀਆਂ ਗਈਆਂ ਸੀ ਵੀ ਜਲਦੀ ਤੋਂ ਜਲਦੀ ਦਵਾਈ ਖਰੀਦੋ। ਇਹ ਨਾ ਹੋਏ ਵੀ ਬੀਜ ਆਉਂ ਕਿਤੇ ਆਪਣਾ ਲੇਟ ਹੋ ਜੇ, ਤੇ ਤਾਂ ਕਿ ਵੇਲੇ ਸਿਰ ਦਵਾਈ ਜਿਹੜੀ ਜ਼ਿਮੀਂਦਾਰ ਨੂੰ ਦਿੱਤੀ ਜਾਏ, ਤਾਂ ਕਿ ਜੇ ਕਿਤੇ ਇਹੋ ਜਿਹੀ ਆਫਤ ਆਉਂਦੀ ਆ ਵੱਧ ਰਹੀ ਜਿਹੜੀ ਆਫਤ, ਤੇ ਇਹਨੂੰ ਵੇਲੇ ਸਿਰ ਕੰਟਰੋਲ ਕੀਤਾ ਜਾਏ। ਇਹਨਾਂ ਹਾਲਾਤਾਂ ਕਰਕੇ ਫਾਈਲ ਜਿਹੜੀ ਆ ਉਹ ਬਿਲਕੁਲ ਗਈ ਸੀ। ਤੇ ਦੂਸਰੀ ਇਹ ਗੱਲ ਸੀ, ਇਹ ਉਸ ਵੇਲੇ ਜਿਹੜਾ ਸੀ ਨਵਾਂ ਸਾਲਟ ਰਿਕਮੈਂਡ ਸੀ ਤੇ ਇਹ ਹੋਰ ਕਿਸੇ ਕੰਪਨੀ ਵੱਲੋਂ ਇਹ ਬਣਾਇਆ ਨਹੀਂ ਸੀ ਜਾ ਰਿਹਾ ਤੇ ਇੱਕੋ ਹੀ ਕੰਪਨੀ ਨੇ ਬਣਾਉਣਾ ਸੀ। ਇਸ ਕਰਕੇ ਇਹਦੇ ਲਈ ਟੈਂਡਰਾਂ ਦੀ ਵੀ ਉਸ ਵੇਲੇ ਲੋੜ ਨਹੀਂ ਸੀ। ਤੇ ਇਹ ਮੈਂ ਜਦੋਂ ਡਾਇਰੈਕਟਰ ਸਾਹਿਬ ਦੇ ਨਾਲ ਗੱਲ ਕੀਤੀ, ਮੇਰਾ ਤੇ ਅਜੇ ਪਹਿਲਾਂ ਹੀ ਜਾਤੀ ਐਕਸਪੀਰੀਅੰਸ ਪਹਿਲਾਂ ਹੀ ਸੀ, ਜਿਹੜੀ ਕੋਈ ਪਰਚੇਜ ਦਾ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਸੀ ਚੰਡੀਗੜ੍ਹ ਦੇ ਵਿੱਚ। ਤੇ ਉਹਨਾਂ ਨੇ ਵੀ ਕਿਹਾ ਵੀ ਜਦੋਂ ਇੱਕ ਸਾਲਟ ਹੀ ਆਪਾਂ ਖਰੀਦਣਾ ਆ ਫਿਰ ਇਹਦੇ ਲਈ ਆਪਾਂ ਨੂੰ ਟੈਂਡਰਾਂ ਦੀ ਲੋੜ ਨਹੀਂ ਜੀ। ਉਹਦੇ ਲਈ ਕਮੇਟੀ ਬਣੀ, ਸਗੋਂ ਰੇਟ ਜਿਹੜਾ ਰੇਟ ਉਹਨਾਂ ਨੇ ਕੋਟ ਕੀਤਾ ਸੀ ਉਹਦੇ ਤੋਂ 100 ਰੁਪਿਆ ਰੇਟ ਅਸੀਂ ਕਮੇਟੀ ਬਣਾ ਕੇ ਉਹਨੂੰ ਘਟਾਇਆ, ਉਹਦੇ ਤੋਂ ਘਟਾ ਕੇ ਫਿਰ ਜ਼ਿਮੀਂਦਾਰਾਂ ਨੂੰ ਉਹ ਜਿਹੜੀ ਵੇਲੇ ਸਿਰ ਟਾਈਮਲੀ ਜਿਹੜੀ ਸੀ ਉਹ ਸਪਰੇਅ ਕੀਤੀ, ਉਹ ਦਵਾਈ ਪਹੁੰਚਾਈ ਗਈ ਤੇ ਉਹਦਾ ਜਿਹੜਾ ਬਾਕੀ ਕਿਸਾਨਾਂ ਨੇ ਉਹਦਾ ਜਿਵੇਂ ਯੂਜ਼ ਕੀਤਾ। ਕਿਉਂਕਿ ਮੈਂ ਜਿਵੇਂ ਪਹਿਲਾਂ ਵੀ ਕਿਹਾ ਵੀ ਇਹ ਕੰਡੀਸ਼ਨਾਂ ਕਈ ਜਿਹੜੀਆਂ ਇੰਨੀਆਂ ਫੇਵਰੇਬਲ ਬਣ ਜਾਂਦੀਆਂ ਨੇ, ਉਹਦੇ ਲਈ ਸਭ ਤੋਂ ਇੱਕ ਵੱਡਾ ਜਿਹੜਾ ਹੋਰ ਰੀਜ਼ਨ ਜਿਹੜਾ ਮੇਰੇ ਸਾਹਮਣੇ ਆਇਆ ਸੀ, ਇੱਕ ਤੇ ਆ ਜਿਹੜਾ ਵੀ ਅਸੀਂ ਕਹਿੰਦੇ ਵੀ ਉਹ ਹੌਟ ਸਪੌਟ ਏਰੀਆ ਹੀ ਉੱਧਰ ਲਾਇਆ ਸੀ। ਸੈਕੰਡਲੀ ਗੱਲ ਇਹ ਸੀ ਵੀ ਉੱਥੇ ਜਿਹੜਾ ਅਸੀਂ ਬਿਜਾਈ ਵੇਲੇ ਇਰੀਗੇਸ਼ਨ ਜਿਹੜੀ ਆ ਨਾ ਹੁੰਦੀ ਆ, ਕਨਾਲ ਇਰੀਗੇਸ਼ਨ ਜੀ, ਤੇ ਜਿਹੜਾ ਨਹਿਰੀ ਪਾਣੀ ਦੀ ਸਪਲਾਈ ਸੀ ਉਹ ਵੇਲੇ ਸਿਰ ਨਹੀਂ ਸੀ ਉੱਥੇ ਉਸ ਸਾਲ ਹੋਈ ਜੀ। ਤੇ ਉਹ ਵੇਲੇ ਸਿਰ ਉਸ ਏਰੀਆ ਨੂੰ ਸਪਲਾਈ ਨਾ ਜਾਣ ਕਰਕੇ ਕਾਟਨ ਜਿਹੜੀ ਸੀ ਉਹ ਲੇਟ ਹੋ ਗਈ ਸੀ। ਜਦੋਂ ਕਾਟਨ ਲੇਟ ਹੋ ਜਾਂਦੀ ਆ ਫਿਰ ਉਹਦੀ ਬੂਟੇ ਦੀ ਗਰੋਥ ਜਿਹੜੀ ਘਟ ਜਾਂਦੀ ਆ ਤੇ ਉਹ ਜਿਹੜੀ ਗਰੋਥ ਘਟ ਹੁੰਦੀ ਆ ਉਹਦੇ ਤੇ ਇਹ ਜਿਹੜਾ ਇਨਸੈਕਟ ਆ ਇਹ ਜ਼ਿਆਦਾ ਅਫੈਕਟ ਕਰ ਜਾਂਦੇ ਆ। ਜਿਹੜੀ ਚੰਗੀ ਜਿਹੜੀ ਕ੍ਰੌਪ ਆਪਣੇ ਆਪ ਨੂੰ ਹੋ ਜਾਂਦੀ ਹੈ ਪੂਰੀ, ਉਹਦੇ ਤੇ ਇਨਸੈਕਟ ਦਾ ਅਟੈਕ ਵੀ ਘਟ ਜਾਂਦਾ ਹੈ ਤੇ ਇਹ ਜਿਹੜਾ ਛੋਟੇ ਦੇ ਉੱਤੇ ਅਟੈਕ ਜ਼ਿਆਦਾ ਵੱਧ ਜਾਂਦਾ। ਇਸ ਕਰਕੇ ਇਹਦੇ ਤੇ ਬਹੁਤ ਜ਼ਿਆਦਾ ਅਟੈਕ ਹੋ ਗਿਆ, ਉਧਰੋਂ ਕੰਡੀਸ਼ਨਾਂ ਫੇਵਰੇਬਲ ਹੋ ਗਈਆਂ ਤੇ ਇਹ ਸਭ ਕੁਝ ਰਲਾ ਮਿਲਾ ਕੇ ਜਿਹੜਾ ਸੀ ਉਸ ਵੇਲੇ ਥੋੜਾ ਜਿਹਾ ਨੁਕਸਾਨ ਜਿਹੜਾ ਸੀ ਉਹ ਕਿਸਾਨਾਂ ਦਾ ਹੋਇਆ ਜ਼ਿਆਦਾ। ਜਿਹੜਾ ਕਹਿੰਦੇ ਨੇ ਕਿ ਪਾਣੀ 'ਚ ਵਹਾ ਦਿੱਤਾ ਗਿਆ ਉਸ ਬਾਅਦ ਵਿੱਚ ਉਸ ਦਵਾਈ ਨੂੰ, ਉਹ ਤੇ ਜਦੋਂ ਇਹਨਾਂ ਨੇ ਮੁੜ ਕੇ ਹੋਰ ਇਨਕੁਆਇਰੀ ਚੱਲੀ, ਜਦੋਂ ਕਿਉਂਕਿ ਉਸ ਵੇਲੇ ਵੀ ਜੇ ਮੈਂ ਇਹਨੂੰ ਦੂਸਰੀ ਤਰ੍ਹਾਂ ਜੋੜ ਕੇ ਦੇਖ ਲਵਾਂ ਵੀ ਉਸ ਵੇਲੇ ਵੀ ਸਰਕਾਰ ਦਾ ਸਾਲ ਦਾ ਸਮਾਂ ਮੇਰਾ ਘਰ ਰਹਿੰਦਾ ਸੀ, ਸਾਲ 1.5 ਸਾਲ ਦਾ ਹੀ, ਤੇ ਉਸ ਸਾਲ ਵੀ ਆ ਮੁੜ ਕੇ ਪੋਲੀਟੀਕਲ ਜਿਹੜਾ ਰੌਲਾ ਰੱਪਾ ਹੁੰਦਾ ਇਹ ਪਾਉਣ ਦੀ ਖਾਤਰ ਉਹਨਾਂ ਨੇ ਸਭ ਕੁਝ ਜਦੋਂ ਜ਼ਿਆਦਾ ਰੌਲਾ ਪਾਇਆ ਤੇ ਫਿਰ ਬਹੁਤ ਜ਼ਿਆਦਾ ਪੁਲਿਸ ਨੇ ਜਿਹੜੀ ਹੈ ਨਾ, ਪੁਲਿਸ ਨੇ ਆਪਣੇ ਤੌਰ ਤੇ ਚੈਕਿੰਗ ਸ਼ੁਰੂ ਕਰ ਦਿੱਤੀ ਡੀਲਰਾਂ ਦੀ। ਤੇ ਉਹ ਮੁੜ ਕੇ ਡੀਲਰ ਕਿਸੇ ਨੇ ਜਿਹੜਾ ਕੋਈ ਗਲਤ ਕੰਮ ਕਰਦਾ ਹੋਊਗਾ, ਇਹ ਦਵਾਈ ਬਿਲਕੁਲ ਨਹੀਂ ਸੀ ਕਿਤੇ ਵੀ ਰੋੜੀ ਗਈ, ਇਹ ਨਹੀਂ ਸੀ ਦਵਾਈ ਰੋੜੀ, ਉਹਦੇ 'ਚ ਜਿਹੜੀਆਂ ਕੋਈ ਹੋਰ ਕਿਸੇ ਕੋ ਕਿਤੇ 2 ਨੰਬਰ ਦੀ ਦਵਾਈ ਕਿਸੇ ਕੋ ਪਈ ਹੋਊਗੀ ਕਿਸੇ ਦੇ ਗਡਾਊਨ ਦੇ ਵਿੱਚ, ਉਹਨੇ ਉਹ ਭਾਵੇਂ ਰੋੜੀ ਹੋਏ, ਇਸ ਦਵਾਈ ਦਾ ਤੇ 1 ਲੀਟਰ ਵੀ ਨਹੀਂ ਸੀ ਡੋਲਣ ਵਾਲਾ। ਇਹ ਤਾਂ ਦਵਾਈ ਬਹੁਤ ਵਧੀਆ, ਦਵਾਈ ਦੀ ਕੁਆਲਿਟੀ ਜਿਹੜੀ ਸੀ ਉੱਪਰ ਵੀ ਜਦੋਂ ਅਸੀਂ ਖਰੀਦੀ ਆ ਉਦੋਂ ਵੀ ਉਹਨੂੰ ਚੈੱਕ ਕੀਤਾ ਗਿਆ, ਫਿਰ ਇਹਦੇ ਸਪੈਸ਼ਲ ਹੋਰ ਸੈਂਪਲ ਵੀ ਲੈ ਗਏ ਸੀ
ਫੀਲਡ ਦੇ ਵਿੱਚੋਂ ਹੀ, ਤੇ ਉਹ ਵੀ ਬਿਲਕੁਲ ਮਿਆਰ ਦੇ ਉੱਤੇ ਪੂਰੇ ਉਤਰੇ ਸੀ। ਇਸ ਦਵਾਈ ਦੇ ਵਿੱਚ ਕਿਸੇ ਪ੍ਰਕਾਰ ਦੀ ਉਦੋਂ ਕੁਆਲਿਟੀ ਦੇ ਉੱਤੇ ਕੋਈ ਵੀ ਜਿਹੜੀ ਸੀ ਉਹ ਨਹੀਂ ਸੀ ਨੁਕਸ ਲੱਭਾ ਦੇ। ਇੱਕ ਇਹ ਦੱਸੋ ਕਿ ਤੁਹਾਡੇ ਜਾਣਕਾਰੀ 'ਚ ਕੁਝ ਇਹੋ ਜਿਹਾ ਹੈਗਾ ਕਿ ਖੇਤੀਬਾੜੀ ਵਿਭਾਗ ਦੇ ਜਿਹੜੇ ਡਾਇਰੈਕਟਰ ਹੁੰਦੇ ਨੇ ਉਹਨਾਂ ਕੋਲੇ ਤਕਰੀਬਨ 10 ਕੁ ਲੱਖ ਦਾ ਕਹਿੰਦੇ ਕੋਟਾ ਹੁੰਦਾ ਦਵਾਈ ਖਰੀਦਣ ਦਾ, ਤੇ ਫਿਰ ਇਹ ਦਵਾਈ ਕਰੋੜਾਂ 'ਚ ਕਿੱਦਾਂ ਖਰੀਦ ਲਈ ਗਈ? ਨਹੀਂ, ਫਾਈਲ ਸਾਰੀ ਹੈ ਜਿਹੜੀ ਫਾਈਲ ਪੂਰੀ ਉੱਤੋਂ ਤੱਕ ਗਈ ਆ, ਇਹ ਡਾਇਰੈਕਟਰ ਇਕੱਲੇ ਨੇ ਤਾਂ ਨਹੀਂ ਖਰੀਦ ਲਈ। ਫਾਈਲ ਜਿਹੜੀ ਸੀ ਉੱਪਰ ਤੱਕ ਗਈ ਆ, ਸਾਰਿਆਂ ਨੇ ਫਾਈਲ ਦੇਖੀ ਆ, ਤੇ ਉਹ ਬਾਕੀ ਇਹ ਡਾਇਰੈਕਟਰ ਦੱਸ ਸਕਦਾ ਵੀ ਉਹਦੇ ਕੋਲ ਕਿੰਨਾ ਸੀ, ਕਿਉਂਕਿ ਮੇਰਾ ਅਸਲ 'ਚ ਜੁਆਇੰਟ ਡਾਇਰੈਕਟਰ ਵੀ ਜਿਹੜਾ ਮੇਰਾ ਸਾਰਾ 1.5 ਸਾਲ ਦਾ ਸਮਾਂ ਸੀ ਜੀ। ਤੇ ਇਹ ਦੱਸੋ ਕਿ ਹੁਣ ਇਸ ਮਾਮਲੇ ਦਾ ਕੀ ਬਣਿਆ? ਨਹੀਂ, ਹੁਣ ਤੇ ਪਤਾ ਨਹੀਂ ਉਹ ਕੇਸ ਉਹ ਜਿਹੜਾ ਡਾਕਟਰ ਮੰਗਲ ਸਿੰਘ ਦਾ ਜਿਹੜਾ ਉਦੋਂ ਚੱਲਦਾ ਸੀ, ਉਸ ਕੇਸ ਦਾ ਕੋਈ ਕੋਰਟ ਦੇ ਵਿੱਚ ਚੱਲ ਰਿਹਾ ਹੈ। ਬਾਕੀ ਇਹਦੇ ਤੇ ਹੋਰ ਕੁਝ ਨਹੀਂ, ਹੋਰ ਇਹਦਾ ਕੀ ਬਣਨਾ ਸੀ। ਮੰਤਰੀ ਸਾਹਿਬ ਇਹਦੇ ਵਿੱਚ ਪਾਕ ਸਾਫ਼ ਨਿਕਲੇ? ਨਹੀਂ, ਮੰਤਰੀ ਦਾ ਤੇ ਪਤਾ ਨਹੀਂ, ਹੁਣ ਇਨਕੁਆਇਰੀ ਦੇ ਵਿੱਚ ਮੰਤਰੀ ਜੀ ਨੇ ਉਹਨਾਂ ਸ਼ਾਮਲ ਕੀਤਾ ਸੀ ਨਹੀਂ ਕੀਤਾ, ਇਹਦੇ ਮੈਨੂੰ ਨਹੀਂ ਇਸ ਵੇਲੇ ਪਤਾ, ਕਿਉਂਕਿ ਮੇਰੀ ਉਦੋਂ ਬਾਅਦ ਰਿਟਾਇਰਮੈਂਟ ਹੋ ਗਈ ਸੀ। ਮੇਰੀ 15 ਦੇ ਵਿੱਚ ਹੀ ਜਿਹੜੀ ਸਤੰਬਰ ਦੇ ਵਿੱਚ ਆ ਨਾ, ਉਦੋਂ ਹੀ ਰਿਟਾਇਰਮੈਂਟ ਹੋ ਗਈ ਸੀ। ਇਹ ਮੁੜ ਕੇ ਕਾਟਨ ਦੀ ਪਕਾਈ ਜਿਹੜੀ ਚਗਾਈ ਚਗੂਈ ਇਹ ਵੀ ਬਾਅਦ 'ਚ ਹੀ ਹੋਣੀ ਸੀ। ਮੈਂ ਤੇ ਪਹਿਲਾਂ ਹੀ ਮੁੜ ਕੇ ਫਿਰ 15/30/9 ਦੇ ਵਿੱਚ ਮੈਂ ਰਿਟਾਇਰ ਹੋ ਗਿਆ ਸੀ ਜੀ। ਅੱਛਾ, ਹੁਣ ਆਪਾਂ ਉਸ ਤੇ ਆਈਏ ਜਿਹੜੀ ਤੁਸੀਂ ਇੱਕ ਰਿਪੋਰਟ ਖੁਦਕੁਸ਼ੀਆਂ ਨੂੰ ਲੈ ਕੇ ਤਿਆਰ ਕੀਤੀ ਸੀ। ਤੁਸੀਂ ਕਿਹਾ ਕਿ ਨਰਮਾ ਪੱਟੀ ਜਿਹੜੀ ਕਪਾਹ ਪੱਟੀ ਹੈ ਜਾਂ ਉਹਨੂੰ ਲੈ ਕੇ ਕਿਸਾਨਾਂ ਦੀ ਖੁਦਕੁਸ਼ੀਆਂ ਵਧੇਰੇ ਹੋ ਰਹੀ, ਜਿਹੜੀਆਂ ਪੰਜਾਬ ਦੇ ਵਿੱਚ ਹੁਣ ਖੁਦਕੁਸ਼ੀਆਂ ਹੋ ਰਹੀਆਂ, ਇਹਨਾਂ ਦਾ ਕਾਰਨ ਵੀ ਤੁਸੀਂ ਉਹਨਾਂ ਨੂੰ ਮੰਨਦੇ ਹੋ ਬਹੁਤਾ ਕਿਤੇ, ਤੇ ਇਹਦਾ ਹੱਲ ਕੀ ਮੰਨਦੇ ਹੋ ਕਿ ਹੱਲ ਕੀ ਹੋ ਸਕਦਾ ਕਿ ਨਰਮਾ ਪੱਟੀ ਦੇ ਨਾਲ ਜੇ ਇਸ ਤਰ੍ਹਾਂ ਨੁਕਸਾਨ ਹੋ ਰਿਹਾ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਫਸਲੀ ਤਬਦੀਲੀ, ਜਿਵੇਂ ਕਣਕ ਤੇ ਝੋਨੇ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਪੰਜਾਬ ਦਾ, ਤੇ ਫਿਰ ਉਹਦੇ ਵਿਚਾਲੇ ਕਿਸ ਤਰ੍ਹਾਂ ਕਿਸਾਨ ਆਪਣੇ ਪੈਰਾਂ ਸਿਰ ਫਿਰ ਖੜਾ ਹੋ ਸਕਦਾ, ਖੁਦਕੁਸ਼ੀਆਂ ਤੋਂ ਕਿੱਦਾਂ ਬਚਿਆ ਜਾ ਸਕਦਾ? ਸੁਖਵਿੰਦਰ ਸਿੰਘ, ਇਹ ਬੜੇ ਚਿਰ ਤੋਂ ਇਹ ਗੱਲ ਚੱਲ ਰਹੀ ਹੈ ਵੀ ਐਗਰੀਕਲਚਰ ਦੇ ਜ਼ੋਨ ਬਣਾਏ ਜਾਣੇ ਚਾਹੀਦੇ ਆ। ਆਪਾਂ ਨੂੰ ਸਿਲੈਕਸ਼ਨ ਵਿਗਿਆਨੀਆਂ ਦੇ ਨਾਲ ਬੈਠ ਕੇ, ਮਾਹਰਾਂ ਦੇ ਨਾਲ ਬੈਠ ਕੇ, ਕਿਸਾਨਾਂ ਨੂੰ ਨਾਲ ਲੈ ਕੇ ਆਪਾਂ ਕੋਈ ਇੱਕ ਬਣਾਈਏ ਵੀ ਕਿਹੜੇ ਏਰੀਆ ਦੇ ਵਿੱਚ ਕਿਹੜੀ ਕ੍ਰੌਪ ਨੂੰ ਬੀਜਿਆ ਜਾਣਾ ਹੈ। ਕੋਈ ਕੰਪੈਕਟ ਏਰੀਆ ਜਿਹੜਾ ਜੇ ਉਹ ਹੋਏ ਤੇ ਉਸ ਏਰੀਏ ਦੇ ਉੱਤੇ ਜਿਹੜੀ ਪੂਰੀ ਸਟੱਡੀ ਕਰਨੀ ਜਿਹੜੇ ਬਣਦੀ, ਜਿਵੇਂ ਮੈਂ ਪਹਿਲਾਂ ਮੈਂਸ਼ਨ ਕੀਤਾ ਆ ਵੀ ਜਿਵੇਂ ਇੱਕ ਰਿਪੋਰਟ PAU ਦੀ ਮੈਂ ਪੜ੍ਹੀ ਸੀ ਵੀ ਇਹਨਾਂ ਨੇ ਅਬੋਹਰ ਸਬ ਡਿਵੀਜ਼ਨ ਨੂੰ ਜਿਹੜਾ ਉਹ ਹੌਟ ਸਪੌਟ ਕਿਹਾ ਸੀ ਵੀ ਅਗਰ ਇੱਥੇ ਤੁਸੀਂ ਕਾਟਨ ਨੂੰ ਰੱਖਣਾ ਆ ਤੇ ਫਿਰ ਕਦੀ ਵੀ ਅਸੀਂ ਜਿਹੜਾ ਇਨਸੈਕਟ ਦਾ ਪੂਰਾ ਕੰਟਰੋਲ ਨਹੀਂ ਕਰ ਸਕਾਂਗੇ। ਤੇ ਉਹਦੇ ਵਾਸਤੇ ਉਹ ਚਾਹੁੰਦੇ ਸੀ ਵੀ ਇਹਨੂੰ ਜਿਹੜਾ ਆ ਇੱਥੋਂ ਜਾਂ ਤੇ ਇਹਨੂੰ ਘੱਟੋ ਘੱਟ 5-7 ਸਾਲ ਵਾਸਤੇ ਵਿੱਚੋਂ ਇਹ ਕ੍ਰੌਪ ਨੂੰ ਮਾਈਨਸ ਕੀਤਾ ਜਾਏ, ਫਿਰ ਦੁਬਾਰਾ ਫਿਰ ਇੱਥੇ ਆਇਆ ਜਾਏ, ਫਿਰ ਦੇਖਿਆ ਜਾਏ, ਪਰੰਤੂ ਉਹ ਅਜੇ ਅਸੀਂ ਤਾਂ ਕਿਤੇ ਨੇ ਹੋਇਆ ਨਹੀਂ। ਉੱਥੇ ਜੇ 5-7 ਸਾਲ ਉਹ ਫਸਲ ਰੋਕ ਦਿੱਤੀ ਫਿਰ ਉੱਥੇ ਕੀ ਬੀਜਣਗੇ ਕਿਸਾਨ? ਨਹੀਂ, ਫਿਰ ਉਹੀ ਹੈ ਨਾ, ਇਹ ਤਾਂ ਫਿਰ ਹੁਣ ਵਿਗਿਆਨੀ ਜਿਹੜੇ ਉਹ ਦੱਸ ਸਕਦੇ ਨੇ ਵੀ ਉੱਥੇ ਹੋਰ ਦੂਸਰੀਆਂ ਹੁਣ ਇਸ ਵੇਲੇ ਉਹ ਜਿਵੇਂ ਕਾਟਨ ਦੇ ਏਰੀਆ ਹੁਣ ਜਿੱਥੇ ਵੀ ਆ, ਉਸ ਏਰੀਆ ਦੇ ਵਿੱਚ ਸਾਰੇ ਝੋਨਾ ਵੀ ਹੋਣ ਲੱਗ ਪਿਆ ਹੈ। ਕਾਟਨ ਦਾ ਏਰੀਆ ਤਾਂ ਹੁਣ ਘਟ ਕੇ ਬਹੁਤ ਥੋੜਾ ਰਹਿ ਗਿਆ ਹੈ। ਉੱਥੇ ਹੁਣ ਝੋਨਾ ਹੁੰਦਾ ਆ, ਉੱਥੇ ਤੁਸੀਂ ਬਾਗਾਂ ਦਾ ਏਰੀਆ, ਉੱਥੇ ਸਬਜ਼ੀਆਂ ਦਾ ਏਰੀਆ ਆ, ਉੱਥੇ ਆ ਤੁਸੀਂ ਗੁਆਰਾ ਵਗੈਰਾ ਆ, ਦੂਸਰੀਆਂ ਫਸਲਾਂ ਨੇ, ਕੋਈ ਹੋਰ ਫਸਲਾਂ ਜਿੱਥੇ ਵਿਗਿਆਨੀ ਬੈਠ ਕੇ ਵਿਚਾਰ ਕਰਨ, ਇੱਕ ਪੂਰੀ ਇਹਦੀ ਪਲੈਨਿੰਗ ਹੋਣੀ ਚਾਹੀਦੀ ਹੈ। ਇੱਕਦਮ ਮੈਂ ਕਹਿੰਦਾ ਵੀ ਉੱਥੇ ਆਹ ਹੀ ਹੋ ਸਕਦਾ ਆ, ਹੋਰ ਬਥੇਰੀਆਂ ਕ੍ਰੌਪਸ ਨੇ ਤੇ ਉਹਨਾਂ ਨੂੰ ਕਿਵੇਂ ਆਪਾਂ ਕੰਟਰੋਲ 'ਚ ਰੱਖਣਾ ਹੈ। ਇੱਕ ਉਹਦੀ ਪੂਰੀ ਕੰਪੈਰੇਟਿਵ ਕੰਪਰੀਹੈਂਸਿਵ ਉਹਦੀ ਪਲਾਨ ਬਣੇ ਤੇ ਉਹਦੇ ਮੁਤਾਬਕ ਆਪਾਂ ਕਿਸਾਨਾਂ ਨੂੰ ਮੁੜ ਕੇ ਐਡਵਾਈਸ ਕਰੀਏ, ਪਹਿਲੋਂ ਐਡਵਾਈਸ ਕਰੀਏ, ਟਾਈਮਲੀ ਉਹਨਾਂ ਨੂੰ ਸੀਡ ਦਿੱਤਾ ਜਾਏ, ਟਾਈਮਲੀ ਉਹਨਾਂ ਦੇ ਸੋਇੰਗ ਦਾ ਪ੍ਰਬੰਧ ਕੀਤੇ ਜਾਣ, ਕਿਉਂਕਿ ਉਧਰ ਪਾਣੀ ਮਾੜੇ ਨੇ, ਥੱਲੇ ਪਾਣੀ ਮਾੜੇ ਨੇ, ਉਹ ਨਹਿਰੀ ਪਾਣੀ ਤੇ ਡਿਪੈਂਡੈਂਟ ਨੇ, ਤੇ ਨਹਿਰੀ ਪਾਣੀ ਦੀ ਸਪਲਾਈ ਜਿਹੜੀ ਉਹ ਟਾਈਮਲੀ ਉੱਥੇ ਹੋਵੇਗੀ ਤੇ ਤਾਂ ਹੀ ਕੋਈ ਮਸਲਾ ਹੱਲ ਹੋਊਗਾ। ਜੇ ਉਸੇ ਤਰ੍ਹਾਂ ਸਪਲਾਈ ਦੇ ਵਿੱਚ ਹੀ ਕਿਤੇ ਪਹਿਲੋਂ ਸ਼ੁਰੂ 'ਚ ਆਪਾਂ ਲੇਟ ਕਰ ਗਏ ਤੇ ਫਿਰ ਕੋਈ ਵੀ ਕ੍ਰੌਪ ਵੀ ਜਿਹੜੀ ਉਹਦੇ ਤੇ ਇਫੈਕਟ ਹੋ ਸਕਦਾ ਹੈ। ਠੀਕ ਹੈ, ਤੇ ਨਰਮਾ ਪੱਟੀ ਦੇ ਕਿਸਾਨ ਜਿਹੜੇ ਖੁਦਕੁਸ਼ੀਆਂ ਬਹੁਤ ਕਰ ਰਹੇ ਨੇ, ਇਹਦਾ ਕਾਰਨ ਕੀ ਮੰਨੀਏ? MSP ਭਾਅ ਜਿਹੜਾ ਉਹ ਸਹੀ ਤਰੀਕੇ ਨਾਲ ਨਹੀਂ ਮਿਲਦਾ, ਜਾਂ ਹੋਰ ਵੀ ਬਹੁਤ ਕਾਰਨ ਨੇ, ਜਿਵੇਂ ਆਪਾਂ ਕਿਹਾ ਕਿ ਦਵਾਈਆਂ ਨਕਲੀ ਕੀਟਨਾਸ਼ਕ ਹੋ ਜਾਂਦੇ ਨੇ, ਉਹਦੇ ਕਰਕੇ ਨੁਕਸਾਨ ਝੱਲਣਾ ਪੈਂਦਾ, ਜਾਂ ਆਰਥਿਕ ਤੌਰ ਤੇ ਹੋਰ ਵੀ ਬਹੁਤ ਮਜਬੂਰੀਆਂ ਆ ਜਾਂਦੀਆਂ? ਦੇਖੋ, ਇਹਦੇ 'ਚ ਬੜੇ ਹੀ ਕਾਰਨ ਰਲ ਕੇ ਜਿਹੜਾ ਨਾ ਇਹ ਕਿਸਾਨ ਦਾ ਜਿਹੜਾ ਸੁਇਸਾਈਡ ਹੋ ਰਿਹਾ ਨਾ, ਇਹਦੇ 'ਚ ਕਈ ਕਾਰਨ ਰਲ ਜਾਂਦੇ ਨੇ। ਇੱਕ ਕਾਟਨ ਦਾ ਤੇ ਇਹ ਹੈ ਕਿ ਕਾਟਨ ਇੱਕ ਸ਼ੋਰ ਕ੍ਰੌਪ ਅਸੀਂ ਨਹੀਂ ਮੰਨੀ ਜਾਂਦੀ। ਕਣਕ ਝੋਨਾ ਜਿਹੜਾ ਇਹਨੂੰ ਸ਼ੋਰ ਕ੍ਰੌਪ ਅਸੀਂ ਮੰਨਦੇ ਹਾਂ, ਕਿਉਂਕਿ ਇਹਦੇ 'ਚ ਜੇ ਇਨਸੈਕਟ ਬਿਮਾਰੀ ਆਉਂਦੀ ਵੀ ਹੈ, ਚਲੋ 2 ਕੁਇੰਟਲ ਝਾੜ ਘੱਟ ਜੂਗਾ ਤੇ ਬਾਕੀ ਕਿਸਾਨ ਦਾ ਘਰ ਫੇਰ ਵੀ ਪੂਰਾ ਹੋ ਜਾਂਦਾ ਹੈ। ਤੇ ਇਹਦੇ 'ਚ ਜੇ ਨਾ ਹੋਇਆ ਤਾਂ ਫਿਰ ਕੁਝ ਵੀ ਨਹੀਂ ਹੋਣਾ, ਫਿਰ ਉਹ ਇੱਥੋਂ ਤੱਕ ਹੀ ਚੱਲ ਜਾਂਦਾ ਵੀ ਮੁੜ ਕੇ ਉਹਦਾ ਕੁਝ ਵੀ ਨਹੀਂ ਹੁੰਦਾ ਉਹਨੂੰ, ਤੇ ਉਹ ਬਿਲਕੁਲ ਖਾਲੀ ਖੇਤ ਰਹਿ ਜਾਂਦਾ। ਤੇ ਉਹਦਾ ਖਰਚ ਉਸ ਵੇਲੇ, ਕਿਉਂਕਿ ਇਹਦਾ ਬੀ ਵੀ ਮਹਿੰਗਾ, BT ਕਾਟਨ ਦਾ, ਇਹਨੂੰ ਤਾਂ ਪਹਿਲਾਂ ਬਿਜਾਈ ਵੇਲੇ ਹੀ ਅਸੀਂ ਦੇਖਦੇ ਹਾਂ ਕਈ ਅਲਾਮਤਾਂ ਹੁੰਦੀਆਂ, ਜੇ ਉਸ ਵੇਲੇ ਹਾਈ ਟੈਂਪਰੇਚਰ ਹੋ ਗਿਆ ਤੇ ਇਹ ਸੜ ਜਾਂਦਾ ਆ,
ਕਿਉਂਕਿ ਕਿ ਲਾਈਟ ਸੋਇਲ ਦੇ ਵਿੱਚ ਅਸੀਂ ਕਰੋਪ ਦੀ ਜਿਹੜੀ ਹੁੰਦੀ ਆ, ਤੇ ਜੇ ਇੱਥੇ ਮੀਂਹ ਜ਼ਿਆਦਾ, ਜੇ ਬਿਜਾਈ ਵੇਲੇ ਮੀਂਹ ਪੈ ਗਿਆ ਫਿਰ ਇਹ ਕਰੰਡ ਹੋ ਜਾਂਦਾ ਆ। ਉੱਥੇ ਤੇ ਵੇਖਦੇ ਆ ਵੀ ਅਸੀਂ ਬੀਜਣ ਵੇਲੇ ਹੀ ਲੋਕ ਕਈ ਕੋਈ 2 ਵਾਰੀ ਬੀਜਦਾ, ਕੋਈ 3 ਵਾਰੀ ਬੀਜਦਾ, ਕੋਈ ਨਾਗੇ ਲਾਉਂਦਾ, ਕੋਈ ਕੁਛ ਕਰਦਾ ਆ। ਉਹ ਇਸ ਕਰਕੇ ਇਸ ਕਰੋਪ ਨੂੰ ਤਾਂ ਪਹਿਲਾਂ ਬਿਜਾਈ ਵੇਲੇ ਹੀ ਵੱਡੀ ਆਫਤ ਆ ਜਾਂਦੀ ਹੈ। ਫਿਰ ਉਦੋਂ ਬਾਅਦ ਇਹਦੇ ਤੇ ਇਨਸੈਕਟ ਬਹੁਤ ਜ਼ਿਆਦਾ ਆਉਂਦਾ ਆ। ਇਨਸੈਕਟ ਦਾ ਅਟੈਕ ਜਿਹੜਾ, ਕਿਉਂਕਿ ਲਗਾਤਾਰ ਇੰਨੇ ਸਾਲਾਂ ਤੋਂ ਜਿੱਥੇ ਬੀਜੀ ਜਾਂਦੀ ਆ ਉੱਥੇ ਜਿਹੜੀ ਆ ਉਹਦੇ ਵਿੱਚ ਦਵਾਈਆਂ ਵੀ ਜਿਹੜੀਆਂ ਪਾਉਂਦੀਆਂ ਨੇ ਉਹ ਰਜਿਸਟੈਂਸ ਉਹਦੇ ਨਾਲ ਆ ਜਾਂਦੀ ਆ। ਉਹ ਰਜਿਸਟੈਂਸ ਆਉਣ ਕਰਕੇ ਦਵਾਈ ਕਿਸਾਨ ਤੇ ਸਪਰੇਅ ਕਰਦਾ ਪਰ ਇਨਸੈਕਟ ਪੂਰਾ ਨਹੀਂ ਮਰਦਾ। ਫਿਰ ਇਹਦੇ ਤੇ ਹੁੰਦਾ ਆ, ਇਹਦੇ ਲਈ ਸਭ ਤੋਂ ਵੱਡੀ ਕੰਪੇਨ ਜਿਹੜੀ ਚਲਾਉਣ ਦੀ ਲੋੜ ਆ, ਉਹ ਜਦੋਂ ਇਹਦਾ ਫਸਲ ਬੀਜਣ ਤੋਂ ਪਹਿਲਾਂ ਆਲਾ ਦੁਆਲਾ ਜਿਹੜਾ ਆ ਵੇਸਟ ਲੈਂਡਸ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਸਫਾਈ ਕਰਨੀ ਬਹੁਤ ਜ਼ਰੂਰੀ, ਕਿਉਂਕਿ ਉੱਥੇ ਜਿੰਨੇ ਨਦੀਨ ਜਾਂ ਹੋਰ ਦਰਖਤ ਖੜੇ ਨੇ ਉਹਨਾਂ ਦੇ ਉੱਤੇ ਕੀੜੇ ਜਿਹੜੇ ਨੇ ਕਈ ਵਾਰੀ ਪਲਦੇ ਰਹਿੰਦੇ ਨੇ, ਤੇ ਉਹ ਕੀੜੇ ਉਹਨਾਂ ਚਿਰ ਤੇ ਉਹਨਾਂ ਤੇ ਰਹਿੰਦੇ, ਤੇ ਜਦੋਂ ਫਸਲ ਇੱਧਰ ਆ ਜਾਂਦੀ ਹੈ ਫਿਰ ਉਹ ਫਸਲ ਦੇ ਉੱਤੇ ਮਾਈਗ੍ਰੇਟ ਕਰ ਜਾਂਦੇ ਤੇ ਉਹ ਫਸਲ ਦਾ ਨੁਕਸਾਨ ਹੋ ਜਾਂਦਾ ਹੈ। ਇਸ ਕਰਕੇ ਇਹ ਵੀ ਇੱਕ ਦੇਖਣਾ ਪੈਂਦਾ ਹੈ ਉੱਧਰ ਨੂੰ ਵੀ ਉਹਦਾ ਆਲਾ ਦੁਆਲਾ ਵੀ ਸਾਫ਼ ਕਰੋ, ਵੱਟਾਂ ਬੰਨੇ ਸਾਫ਼ ਕਰਨ, ਜਿਹੜੀਆਂ ਸੜਕਾਂ ਦੇ ਬੰਨੇ ਨੇ, ਨਹਿਰਾਂ ਜਿੱਥੇ ਨੇ, ਜਾਂ ਉੱਥੇ ਜਿਹੜੀਆਂ ਹੋਰ ਆ ਕੋਈ ਰੇਲਵੇ ਲਾਈਨਾਂ ਲੰਘਦੀਆਂ ਨੇ, ਜਿਹੜੇ ਇਹੋ ਜਿਹੇ ਖਾਲੀ ਥਾਂ ਨੇ ਉਹਨਾਂ ਦੀ ਜਿਹੜੀ ਸਫਾਈ ਆ ਉਹਨਾਂ ਦੀ ਵੀ ਕਰਨੀ, ਜਿਹੜੀ ਬਣਾਉਣੀ ਚਾਹੀਦੀ ਆ। ਫਿਰ ਇਹਦੇ ਤੇ ਸਪਰੇਆਂ, ਕਿਉਂਕਿ ਜ਼ਿਆਦਾ ਇਨਸੈਕਟ ਆਉਣ ਕਰਕੇ ਸਪਰੇਆਂ ਬੜੀਆਂ ਆਉਂਦੀਆਂ ਨੇ, ਤੇ ਉਹ ਸਪਰੇਆਂ ਜ਼ਿਆਦੀਆਂ ਕਰਨ ਕਰਕੇ ਕਿਸਾਨ ਦਾ ਖਰਚ ਜ਼ਿਆਦਾ ਹੋ ਜਾਂਦਾ ਹੈ। ਤੇ ਖਰਚ ਜ਼ਿਆਦਾ ਹੋਣ ਕਰਕੇ ਜੇ ਅਖੀਰ ਤੇ ਆਣ ਕੇ ਬਿਮਾਰੀ ਪੈ ਗਈ ਜਾਂ ਇਨਸੈਕਟ ਦਾ ਜ਼ਿਆਦਾ ਹੀ ਜ਼ੋਰ ਪੈ ਗਿਆ ਤੇ ਨਾ ਕਰੋਪ ਹੋਈ, ਤੇ ਫਿਰ ਉਹਦਾ ਖਰਚ ਜ਼ਿਆਦਾ ਆਇਆ ਹੁੰਦਾ, ਤੇ ਉਹ ਤਾਂ ਇੱਥੇ ਜਿਹੜਾ ਸੁਇਸਾਈਡ ਦਾ ਮੈਂ ਸੋਚਦਾ ਹਾਂ ਵੀ ਉਹ ਵੀ ਤਾਂ ਜ਼ਿਆਦਾ ਇਸ ਬੰਨੇ ਕਾਟਨ ਬੈਲਟ ਦੇ ਵਿੱਚ ਹੁੰਦਾ ਹੈ। ਜੀ ਇੱਕ ਇਹ ਦੱਸੋ ਕਿ ਤੁਸੀਂ ਗੱਲ ਕਰ ਰਹੇ ਸੀ ਕਿ ਕਿਸਾਨਾਂ ਨੂੰ ਕਣਕ ਤੇ ਝੋਨੇ ਤੋਂ ਜਿਹੜਾ ਉਹਦੇ ਨਾਲ ਹੀ ਜ਼ਿਆਦਾ ਮਤਲਬ ਕਿ ਫਾਇਦਾ ਹੁੰਦਾ, ਉਹ ਜ਼ਰੂਰੀ ਹੈ ਪੰਜਾਬ ਦੇ ਲਈ। ਪਰ ਦੂਜੇ ਪਾਸੇ ਇਹ ਗੱਲ ਕਹੀ ਜਾਂਦੀ ਹੈ ਕਿ ਕਿਸਾਨ ਹੁਣ ਫਸਲੀ ਵਿਭਿੰਨਤਾ ਵਾਲੇ ਪਾਸੇ ਤੁਰ ਪੈਣ। ਬਹੁਤ ਹੋ ਗਿਆ ਹਰਾ ਇਨਕਲਾਬ, ਬਹੁਤ ਤੁਸੀਂ ਦੇਸ਼ ਦਾ ਅੰਨ ਭੰਡਾਰ ਭਰ ਦਿੱਤਾ। ਹੁਣ ਜਿਹੜਾ ਝੋਨੇ ਕਰਕੇ ਸਾਡੇ ਪਾਣੀਆਂ ਦਾ ਨੁਕਸਾਨ ਹੋ ਰਿਹਾ, ਲੋਕ ਜਿਹੜੇ ਨੇ ਉਹ ਜੈਵਿਕ ਖੇਤੀ ਨਹੀਂ ਕਰਦੇ, ਇਸ ਕਰਕੇ ਜਿਹੜਾ ਉਧਰ ਕੀਟਨਾਸ਼ਕ ਪਾ ਕੇ ਅਸੀਂ ਜ਼ਹਿਰ ਖਾ ਰਹੇ ਹਾਂ। ਇਹਦਾ ਹੱਲ ਫਿਰ ਕੀ ਹੈ? ਜੇ ਕਣਕ ਤੇ ਝੋਨਾ ਹੀ ਚੱਲਦਾ ਰਿਹਾ ਪੰਜਾਬ ਦੇ ਵਿੱਚ, ਤੇ ਜੇ ਇਹ ਕਹਿੰਦੇ ਨੇ ਕਿ ਫਸਲੀ ਵਿਭਿੰਨਤਾ ਹੋ ਜਾਣੀ ਚਾਹੀਦੀ ਹੈ, ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋ ਸਕਦਾ? ਸੁਖਵਿੰਦਰ, ਜਿਹੜਾ ਮੈਂ ਪਹਿਲਾਂ ਵੀ ਜਿਹੜੀ ਗੱਲ ਕਰ ਦਿੱਤੀ ਹੈ ਨਾ ਵੀ ਇੱਕ ਕ੍ਰੋਪਿੰਗ ਜ਼ੋਨਸ ਬਣਾਉਣੇ ਪੈਣੇ ਆਪਾਂ ਨੂੰ ਜੀ, ਵੀ ਜ਼ੋਨ ਵਾਈਜ਼ ਵੰਡ ਕਰੀਏ ਵੀ ਕਿੰਨੀ ਕੁ ਆਪਣੀ ਡਿਮਾਂਡ ਆ, ਕਿੰਨੀ ਕੁ ਅਸੀਂ ਸੈਂਟਰ ਪੂਲ ਨੂੰ ਦੇਣੀ ਆ। ਇਹ ਪੰਜਾਬ ਗੌਰਮੈਂਟ ਇੱਕ ਇਹਦੇ 'ਤੇ ਪੂਰੀ ਕੰਪਰੀਹੈਂਸਿਵ ਪਲਾਨ ਬਣਾਏ। ਇਹ ਆਪਾਂ ਕਿਸਾਨਾਂ 'ਤੇ ਨਿਹਰਾ ਨਾ ਛੱਡ ਦਈਏ ਵੀ ਜਿੰਨਾ ਹੀ ਮਰਜ਼ੀ ਤੂੰ ਕਣਕ ਬੀਜ ਲਾ, ਜਿੰਨਾ ਮਰਜ਼ਾ ਝੋਨਾ ਬੀਜ ਲਾ, ਅਤੇ ਜਿੰਨੀ ਮਰਜ਼ੀ ਤੂੰ ਹੋਰ ਕੁਛ ਕਰ ਲਾ। ਇਹਦੇ ਲਈ ਕੰਪਰੀਹੈਂਸਿਵ ਕੋਈ ਨਾ ਕੋਈ ਪਲਾਨ ਬਣਾ ਕੇ ਦਿੱਤੀ ਜਾਏ, ਜਿਹੜੀ ਕਿ ਕਿਸਾਨ ਨੂੰ ਇਹ ਜਦੋਂ ਵੀ ਕੰਪਰੀਹੈਂਸਿਵ ਪਲਾਨ ਬਣੇ, ਮੈਂ ਇਹਦੇ 'ਚ ਜ਼ਰੂਰ ਰਿਕਮੈਂਡ ਕਰੂੰਗਾ ਵੀ ਉਹਦੇ 'ਚ ਕਿਸਾਨਾਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਏ। ਨਿਰੀ ਅਫਸਰਾਂ ਦੀ ਜਾਂ ਹੋਰਨਾਂ ਦੀ ਬਣਾ ਕੇ ਨਾ ਇਹ ਕੋਈ ਪਲਾਨ ਬਣਾ ਲਈ ਜਾਏ ਜਿਹੜੀ ਕਿ ਮੁੜ ਕੇ ਕਿਸਾਨਾਂ ਨੂੰ ਪਸੰਦ ਨਾ ਆਏ ਜਾਂ ਕਿਸਾਨ ਆਖਣ ਵੀ, ਕਿਉਂਕਿ ਇਹਦੇ 'ਚ ਹਰ ਪੱਖ ਜਿਹੜਾ ਦੇਖਣਾ ਪੈਣਾ ਹੈ। ਵਿਗਿਆਨੀਆਂ ਦਾ ਪੱਖ ਵੀ ਪਹਿਲਾ ਪੱਖ ਵਿਗਿਆਨੀਆਂ ਦਾ ਇਹਦੇ 'ਚ ਲਿਆ ਜਾਊਗਾ ਵੀ ਕੀ ਇਸ ਏਰੀਏ ਵਾਸਤੇ ਇਹ ਕਰੋਪ ਦਾ ਜਿਹੜਾ ਝਾੜ ਆ ਜਾਂ ਇਹਦੀ ਪ੍ਰੋਡਕਸ਼ਨ ਆ ਪੂਰੀ ਹੋਊਗੀ। ਦੂਸਰੀ ਗੱਲ, ਕਿਸਾਨਾਂ ਨੂੰ ਵੀ ਆਪਾਂ ਨੂੰ ਇਹ ਲੈਣਾ ਪੈਣਾ ਨਾਲ ਵੀ ਕੀ ਇਹ ਜਿਹੜੀ ਆ ਇਹਦਾ ਇੰਨਾ ਕੁ ਝਾੜ ਹੈਗਾ ਜਾਂ ਇੰਨੀ ਕੁ ਰੇਟ ਹੋਊਗਾ ਵੀ ਇਹਦੀ ਵਿਕਰੀ ਜਿਹੜੀ ਹੋ ਕੇ ਤੇ ਬਰਾਬਰ ਝੋਨੇ ਦੇ ਬਰਾਬਰ ਆ ਜਾਊਗੀ। ਬਿਲਕੁਲ, ਕਿਉਂਕਿ ਕਿਸਾਨ ਵੀ ਇਹ ਚੀਜ਼ ਦੇਖਣਗੇ ਨਾ ਕਿ ਸਾਡਾ ਨਫਾ ਕਿੱਥੋਂ ਦਾ, ਸਾਡੀ ਜੇਬ ਕਿੱਥੋਂ ਭਰਦੀ ਹੈ। ਇਸ ਤਰ੍ਹਾਂ ਗੱਲ ਇਹਦੇ 'ਚ ਹੋਰ ਵੀ ਮੈਂ ਕਹੂੰਗਾ ਵੀ ਇੱਕ ਪਾਰਟੀ ਜਿਹੜੀ ਆ, ਜਿਵੇਂ ਚੌਲਾਂ ਦੀ ਗੱਲ ਆ, ਇੱਕ ਵੈਰਾਈਟੀ ਆਪਾਂ ਯੂਨੀਵਰਸਿਟੀ ਨੇ ਦਿੱਤੀ ਸੀ PAU 201, ਬਹੁਤ ਸੋਹਣੀ ਵੈਰਾਈਟੀ ਸੀ, ਸ਼ਾਰਟ ਡਿਊਰੇਸ਼ਨ ਵੈਰਾਈਟੀ ਸੀ, ਤੇ ਬਹੁਤ ਘੱਟ ਸਮੇਂ ਦੇ ਵਿੱਚ ਉਹ ਝਾੜ ਵੀ ਉਹਦਾ ਜਿਹੜਾ ਮੈਂ ਇੱਥੇ ਸਰਕਾਰੀ ਫਾਰਮ ਦੇ ਉੱਤੇ 42 ਕੁਇੰਟਲ ਏਕੜ ਦੇ ਵਿੱਚੋਂ ਕੱਢਿਆ ਸੀ, ਤੇ ਅਸੀਂ ਲਾਇਆ ਸੀ ਵੀ ਏਡੀ ਵਧੀਆ ਵੈਰਾਈਟੀ। ਪਰੰਤੂ ਉਹ ਵੈਰਾਈਟੀ ਦਾ ਅਖੀਰ ਜਿਹੜਾ ਸੀ ਉਹਨੂੰ ਮਾਰਕੀਟ ਦੇ ਵਿੱਚ ਜਾ ਕੇ ਉਹਦੀ ਬਹੁਤ ਦੁਰਦਸ਼ਾ ਹੋਈ। ਜਿਨ੍ਹਾਂ ਨੇ ਖਰੀਦਣੀ ਸੀ ਉਹਨਾਂ ਨੇ ਖਰੀਦੀ ਨਾ, ਆਉਂਦੇ ਜੀ ਇਹਦਾ ਲਾਲ ਰੰਗ ਆ, ਉਹ ਲਾਲ ਰੰਗ ਕਰਕੇ ਉਹ ਖਰੀਦੀ ਨਹੀਂ ਗਈ ਤੇ ਉਹ ਵੈਰਾਈਟੀ ਜਿਹੜੀ ਖਤਮ ਹੋ ਗਈ। ਤੇ ਮੈਂ ਤੇ ਉਦੋਂ ਵੀ ਇਹ ਸੁਝਾਅ ਦਿੱਤਾ ਸੀ ਵੀ ਕੋਈ ਵੀ ਚੀਜ਼ ਜਿਹੜੀ ਆਪਾਂ ਪੈਦਾ ਕਰਨੀ ਆ ਉਹਨੂੰ ਜਿਹੜਾ ਬਾਹਰ ਆ ਖਰੀਦਣ ਵਾਲਾ, ਜਿਵੇਂ ਸ਼ੈਲਰ ਵਾਲਾ, ਜੇ ਚੌਲ ਆਪਾਂ ਬੀਜਣਾ, ਧਾਨ ਬੀਜਣਾ ਹੈ, ਝੋਨਾ ਬੀਜਣਾ ਹੈ, ਤੇ ਉਹਨੂੰ ਸ਼ੈਲਰ ਵਾਲਿਆਂ ਨੇ ਖਰੀਦਣਾ,
ਤੇ ਸ਼ੈਲਰ ਵਾਲਿਆਂ ਦਾ ਜਿਹੜੀ ਇਹ ਹੈਗੀ ਕੋਈ ਐਸੋਸੀਏਸ਼ਨ ਉਹਨਾਂ ਨੂੰ ਵੀ ਵਿੱਚ ਬਿਠਾ ਲਿਆ ਜਾਏ ਜਦੋਂ ਵੈਰਾਈਟੀ ਕੋਈ ਬਣਾਉਂਦੇ ਆ ਜਾਂ ਕ੍ਰੌਪ ਕਿਸੇ ਦੀ ਰეკਮੈਂਡੇਸ਼ਨ ਦਿੰਦੇ ਆ ਉਹਨਾਂ ਨੂੰ ਵਿੱਚ ਬਿਠਾਇਆ ਜਾਏ ਉਹਨਾਂ ਨੂੰ ਪੁੱਛਿਆ ਜਾਏ ਵੀ ਆਹ ਬਣਾਉਣ ਲੱਗੇ ਤਾਂ ਤੁਸੀਂ ਵੀ ਟਰਾਇਲ ਕਰ ਲਓ ਵੀ ਤੁਹਾਨੂੰ ਫੇਵਰੇਬਲ ਆ ਜਦੋਂ ਸਾਰਿਆਂ ਨੂੰ ਫੇਵਰੇਬਲ ਹੋਏ ਉਹੀ ਜੀ ਕੋਈ ਕ੍ਰੌਪਿੰਗ ਪਲਾਨ ਪੰਜਾਬ ਦੇ ਵਿੱਚ ਬਣਾ ਕੇ ਦਿੱਤੀ ਜਾਏ ਤੇ ਤਾਂ ਮਸਲੇ ਦਾ ਕੋਈ ਹੱਲ ਹੋਊਗਾ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਖੇਤੀਬਾੜੀ ਵਿਭਾਗ ਦੇ ਸਾਬਕਾ ਜੁਆਇੰਟ ਡਾਇਰੈਕਟਰ ਡਾਕਟਰ ਬਲਵਿੰਦਰ ਸਿੰਘ ਸੋਲ। ਬੜੇ ਵਿਸਥਾਰ ਦੇ ਨਾਲ ਇਹਨਾਂ ਨੇ ਚਿੱਟੀ ਮੱਖੀ ਦੇ ਕਹਿਰ ਤੋਂ ਲੈ ਕੇ ਕਿਸਾਨ ਖੁਦਕੁਸ਼ੀਆਂ ਤੇ ਕਿਸਾਨੀ ਮਸਲਿਆਂ ਦੇ ਹੱਲ ਬਾਰੇ ਬੜੀ ਚੰਗੀ ਜਾਣਕਾਰੀ ਦਿੱਤੀ ਹੈ। ਚੰਗਾ ਲੱਗਿਆ ਹੋਵੇਗਾ ਤੁਹਾਨੂੰ ਵੀ ਸੁਣ ਕੇ। ਇਹਦੇ ਬਾਰੇ ਆਪਣੇ ਕਮੈਂਟ ਜ਼ਰੂਰ ਵਿਚਾਰ ਕਰਕੇ ਦੱਸਿਓ। ਲੋਕਰਨ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਧੰਨਵਾਦ।